ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਤਾਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨੋ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨੋ ਬਿਨਾਸਨ ਸੋਏ। ਸ਼੍ਰੀ ਵਾਹਿਗੁਰੂ ਜੀ। ਸੁਗਮ ਬਾਤ ਤੁਝ ਸੋ ਇਕ ਪਾਖੋਂ, ਅਬ ਗਿਰਵੀ ਮੁਝ ਕੋ ਕਿਤ ਰਾਖੋ। ਟਹਿਲ ਕਰਹੁ ਤਿਸ ਕੀ ਚਿਤ ਲਾਏ, ਚਾਹੀਅਤ ਧਨ ਤਹ ਤੇ ਲੈ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੇ ਹੋ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਬੜੇ ਪਿਆਰ ਸਹਿਤ ਸ਼ਰਵਨ ਕਰ ਰਹੇ ਸੀ। ਔਰ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਕਥਾ ਜੋ ਲੜੀਵਾਰ ਇਸ ਅਸਥਾਨ ਤੇ ਚੱਲ ਰਹੀ ਹੈ, ਉਸ ਨੂੰ ਸੁਣ ਕੇ ਵੀ ਲਾਹੇ ਪ੍ਰਾਪਤ ਕਰਦੇ ਹੋ। ਸਾਧ ਸੰਗਤ, ਕੱਲ ਦੇ ਦੀਵਾਨ ਅੰਦਰ ਅਸਾਂ ਨੇ ਇਥੋਂ ਤੱਕ ਇਸ ਇਤਿਹਾਸ ਦੀ ਕਥਾ ਨੂੰ ਸ਼ਰਵਨ ਕੀਤਾ कि भाई मंझ साहब
ਸਿੱਖੀ ਨੂੰ ਕਮਾਉਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜਿਆ ਮੇਵੜੇ ਦੇ ਹੱਥ। ਪਹਿਲਾ ਭੇਜਿਆ, ਆਖਿਆ 21 ਰੁਪਈਏ ਪਹਿਲਾਂ ਪ੍ਰਾਪਤ ਕਰਨੇ ਨੇ, ਫਿਰ ਹੁਕਮਨਾਮਾ ਦੇਣਾ ਹੈ ਹੱਥ ਵਿੱਚ। ਉਹ ਭਾਈ ਮੰਝ ਸਾਹਿਬ ਦੀ ਆਰਥਿਕ ਦਸ਼ਾ ਗੁਰੂ ਕੇ ਸਵਾਰਿਓ ਕਮਜ਼ੋਰ ਸੀ। ਬੱਚੀ ਨੇ ਕਿਸੇ ਘਰ ਕੰਮ ਲੱਗ ਕੇ ਉਹ 21 ਰੁਪਏ ਉਹਨਾਂ ਤੋਂ ਲੈ ਕੇ ਦਿੱਤੇ। ਹੁਕਮਨਾਮਾ ਲਿਆ, ਸਤਿਕਾਰ ਕੀਤਾ, ਆਦਰ ਕੀਤਾ। ਅੱਜ ਗੁਰੂ ਕੇ ਸਵਾਰਿਓ ਸਿੱਖੀ ਕਮਾਂਦਿਆਂ ਕਮਾਂਦਿਆਂ ਦੂਸਰਾ ਹੁਕਮਨਾਮਾ ਸਤਿਗੁਰੂ ਜੀ ਨੇ ਫਿਰ ਭੇਜਿਆ। ਉਹੀ ਗੱਲ ਮੇਵੜੇ ਨੂੰ ਪਹਿਲਾਂ ਵਾਲੀ ਕਹੀ ਕਿ 21 ਰੁਪਏ ਲੈ ਕੇ ਫਿਰ ਹੁਕਮਨਾਮਾ ਭਾਈ ਮੰਝ ਦੇ ਹੱਥ ਵਿੱਚ ਦੇਣਾ। ਮੇਵੜੇ ਨੇ ਆ ਕੇ ਸਾਰੀ ਗੱਲ ਭਾਈ ਮੰਝ ਜੀ ਨੂੰ ਦੱਸੀ। ਭਾਈ ਮੰਝ ਜੀ ਬੜੇ ਪ੍ਰਸੰਨ ਹੋਏ ਕਿ ਗੁਰੂ ਸਾਹਿਬ ਕਿੰਨੇ ਦਿਆਲੂ ਨੇ, ਕਿੰਨੇ ਸਾਡੇ ਤੇ ਕਿਰਪਾ ਕਰ ਰਹੇ ਨੇ। ਤੇ ਉਹਨਾਂ ਨੇ ਗੁਰੂ ਕੇ ਸਵਾਰੂ ਆਪਣੀ ਗੱਲ ਆਪਣੀ ਘਰਵਾਲੀ ਨਾਲ ਸਾਂਝੀ ਕੀਤੀ। ਆਖਿਆ ਭਾਗਵਾਨੇ, ਪੈਸੇ ਤਾਂ ਸਾਡੇ ਕੋਲ ਇਸ ਵੇਲੇ ਹੈ ਨਹੀਂ, ਪਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਵੀ ਪ੍ਰਾਪਤ ਕਰਨਾ ਹੈ। ਕਹਿਣ ਲੱਗੀ ਕੋਈ ਗੱਲ ਨਹੀਂ ਹੈ ਚਿੰਤਾ ਵਿੱਚ ਪੈਣ ਦੀ। ਸਤਿਗੁਰੂ ਜੀ ਆਪਣੇ ਕਾਰਜ ਆਪ ਹੀ ਸਵਾਰਨਗੇ ਤੇ ਸਾਡੇ ਤੇ ਮਿਹਰ ਕਰਨਗੇ। ਗੁਰੂ ਕੇ ਸਵਾਰਿਓ ਉਸ ਵੇਲੇ ਭਾਈ ਮੰਝ ਸਾਹਿਬ ਦੀ ਘਰ ਵਾਲੀ ਅੱਗੇ ਕੀ ਬਚਨ ਕਹਿੰਦੀ ਹੈ, ਇਥੋਂ ਆਪਾਂ ਇਤਿਹਾਸ ਦੀ ਵਿਚਾਰ ਹੁਣ ਆਰੰਭ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਚਨਾ ਕਰੋ ਪਵਿੱਤਰ। ਸਾਰੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸੁਗਮ ਬਾਤ ਤੁਝ ਸੋ ਇੱਕ ਪਾਖੋਂ, ਅਬ ਗਿਰਵੀ ਮੁਝ ਕੋ ਕਿਤ ਰਾਖੋ। ਗੁਰੂ ਕੇ ਸਵਾਰੂ ਭਾਈ ਮੰਝ ਸਾਹਿਬ ਨੂੰ ਉਹਨਾਂ ਦੀ ਘਰ ਵਾਲੀ ਕਹਿਣ ਲੱਗੀ, ਐ ਪਤੀ ਦੇਵ ਤੁਹਾਨੂੰ ਸੌਖੀ ਗੱਲ ਮੈਂ ਹੁਣ ਦੱਸਦੀ ਆ। ਕਹਿੰਦੀ ਆ ਉਹ ਇਹ ਹੈ ਕਿ ਹੁਣ ਤੁਸੀਂ ਮੈਨੂੰ ਕਿਧਰੇ ਗਿਰਵੀ ਕਹਿਣ ਤੋਂ ਭਾਵ ਕਿਧਰੇ ਕੰਮ ਕਰਨ ਲਈ ਛੱਡ ਦੇਵ। ਪਹਿਲ ਕਰੋ ਤਿਸ ਕੀ ਚਿਤ ਲਾਏ, ਚਾਹੀਅਤ ਧਨ ਤਹਿ ਤੇ ਲੈ ਆਏ। ਕਹਿ ਲਗੇ ਮੈਂ ਜਿਨ੍ਹਾਂ ਦੇ ਘਰ ਕੰਮ ਵਿੱਚ ਲੱਗਾਂਗੀ, ਦਿਲ ਲਾ ਕੇ ਉਹਨਾਂ ਦੇ ਘਰ ਦਾ ਕੰਮ ਕਰਾਂਗੀ ਤੇ ਉਹਨਾਂ ਤੋਂ ਪੈਸੇ ਲੈ ਕੇ ਤੁਸੀਂ ਇਸ ਮੇਵੜੇ ਦੇ ਹੱਥ ਦੇਣੇ ਕਰੋ। ਮਨ ਸੁਣਤਾ ਸੋਈ ਬਿਦ ਕੀਨਾ, ਗਿਰਵੀ ਰਾਖੋ ਦਰਬ ਸੋਲੀਨਾ। ਭਾਈ ਮੰਝ ਸਾਹਿਬ ਨੇ ਗੁਰੂ ਕੇ ਸਵਾਰੂ ਇਸ ਤਰ੍ਹਾਂ ਜਦੋਂ ਆਪਣੀ ਘਰਵਾਲੀ ਦੇ ਮੁਖ ਤੋਂ ਸੁਣਿਆ ਤੇ ਸੁਣ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਦੀ ਘਰਵਾਲੀ ਨੇ ਕਿਹਾ ਸੀ। ਕਿਸੇ ਦੇ ਘਰ ਕੰਮ ਲਵਾਇਆ, ਉਹ ਜਿਨ੍ਹਾਂ ਦੇ ਘਰ ਕੰਮ ਲਵਾਇਆ ਉਹਨਾਂ ਤੋਂ ਪੈਸੇ ਉਹਨਾਂ ਨੇ ਲੈ ਲਏ। ਦੀਨਾ ਮੇਵੜੇ ਕੋ ਹਰ ਖਾਏ, ਲਿਓ ਹੁਕਮਨਾਮਾ ਸੁਖ ਪਾਏ। ਗੁਰੂ ਕੇ ਸਵਾਰੂ ਕਹਿੰਦੇ ਨੇ ਉਸ ਦੇ ਮੇਵੜੇ ਨੂੰ ਉਹਨਾਂ ਨੇ ਉਹ ਰੁਪਈਏ ਦੇ ਦਿੱਤੇ। ਬੜੇ ਖੁਸ਼ ਹੋਏ ਭਾਈ ਮੰਝ ਸਾਹਿਬ। ਹੁਕਮਨਾਮਾ ਉਹਨਾਂ ਨੇ ਮੇਵੜੇ ਦੇ ਹੱਥੋਂ ਲਿਆ ਤੇ ਹੁਕਮਨਾਮੇ ਨੂੰ ਪ੍ਰਾਪਤ ਕਰਕੇ ਬਹੁਤ ਵੱਡਾ ਸੁਖ ਪ੍ਰਾਪਤ ਕਰ ਰਿਹਾ। ਕਿਉਂਕਿ ਗੁਰੂ ਕੇ ਸਵਾਰੂ ਗੁਰੂ ਦੇ ਬਚਨ ਤੋਂ ਅਮੋਲਕ ਹੋਰ ਕੋਈ ਵੀ ਚੀਜ਼ ਨਹੀਂ ਹੈ। ਸਭ ਤੋਂ ਅਮੁੱਲਕ ਹੈ ਗੁਰੂ ਦੇ ਬਚਨ, ਗੁਰੂ ਦਾ ਹੁਕਮਨਾਮਾ। ਜਿਸ ਸਿੱਖ ਪ੍ਰਥਾਏ ਆਏ ਉਹ ਸਿੱਖ ਉਸ ਹੁਕਮਨਾਮੇ ਨੂੰ ਸਤ ਬਚਨ ਕਹਿ ਕੇ ਗ੍ਰਹਿਣ ਕਰੇ, ਕਬੂਲ ਕਰੇ। ਏਦੂ ਵੱਡੀ ਹੋਰ ਸਿੱਖ ਦੇ ਉੱਤੇ ਹੋਰ ਕੋਈ ਖੁਸ਼ੀ ਨਹੀਂ ਹੈ। ਭਾਈ ਮੰਝ ਸਾਹਿਬ
ਬਹੁਤ ਪ੍ਰਸੰਨ ਹੋਏ। ਪੜਿਓ ਸੋ ਗੁਰ ਨੇ ਨਿਕਟ ਹਕਾਰਾ ਸਰਬ ਸੁਣਾਏ ਆਪਣੀ ਧਾਰਾ। ਗੁਰੂ ਕੇ ਸਵਾਰਿਓ ਜਦੋਂ ਭਾਈ ਮੰਝ ਜੀ ਨੇ ਉਸ ਹੁਕਮਨਾਮੇ ਨੂੰ ਹੱਥ ਵਿੱਚ ਲੈ ਕੇ ਪੜਿਆ ਤੇ ਪੜ ਕੇ ਗੁਰੂ ਕੇ ਸਵਾਰਿਓ ਜਦੋਂ ਉਹਨੇ ਵੇਖਿਆ ਤੇ ਲਿਖਿਆ ਉਹਦੇ ਵਿੱਚ ਅੱਜ ਇਹ ਹੈ ਕਿ ਮੰਝ ਜਲਦੀ ਤੋਂ ਜਲਦੀ ਤੂੰ ਮੇਰੇ ਕੋਲ ਆ ਜਾ। ਅੱਜ ਗੁਰੂ ਸਾਹਿਬ ਜੀ ਨੇ ਭਾਈ ਮੰਝ ਨੂੰ ਆਪਣੇ ਕੋਲ ਬੁਲਾਇਆ। ਇਹ ਗੱਲ ਹੁਕਮਨਾਮੇ ਤੇ ਲਿਖੀ ਹੋਈ ਹੈ ਤੇ ਇਸ ਗੱਲ ਨੂੰ ਪੜ੍ਹ ਕੇ ਭਾਈ ਮੰਝ ਸਾਹਿਬ ਬੜੇ ਖੁਸ਼ ਹੋਏ ਤੇ ਉਹਨਾਂ ਨੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸਣੇ ਕੀਤੇ। ਮੈਂ ਗੁਰ ਕੀ ਸੇਵਾ ਹਿਤ ਜਾਵਾਂ ਪਾਸ ਰਹੂੰ ਸਭ ਰੀਤ ਰਝਾਵਾਂ। ਧੰਨ ਹੈ ਗੁਰੂ ਕੇ ਸਵਾਰਿਓ ਇਹ ਸਿੱਖ ਕਹਿਣ ਲੱਗਾ ਭਾਗਵਾਨੇ ਮੈਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਬੁਲਾਇਆ। ਮੈਂ ਹੁਣ ਜਲਦੀ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜਾਵਾਂਗਾ। ਮੈਂ ਤੈਨੂੰ ਦੱਸਣਾ ਸੀ ਪਾਸ ਰਹੋ, ਮੈਂ ਸਤਿਗੁਰੂ ਜੀ ਦੇ ਕੋਲ ਰਹਾਂਗਾ। ਸਭ ਰੀਤ ਰਿਝਾਵਾਂ, ਹਰ ਇੱਕ ਢੰਗ ਦੇ ਨਾਲ ਉਸ ਤਰੀਕੇ ਨਾਲ ਮੈਂ ਗੁਰੂ ਨੂੰ ਰਿਝਾਵਾਂਗਾ, ਖੁਸ਼ ਕਰਾਂਗਾ ਜਿਸ ਤਰੀਕੇ ਨਾਲ ਸਤਿਗੁਰੂ ਜੀ ਖੁਸ਼ ਹੋ ਸਕਣ। ਹੋਏ ਕਿਰਪਾਲ ਨਿਹਾਲ ਕਰੈ ਹੈ ਤਬ ਮੈਂ ਤੁਝ ਸੋ ਮੇਲ ਬਨੈ ਹੈ। ਭਾਈ ਮੰਝ ਸਾਹਿਬ ਕਹਿਣ ਲੱਗੇ ਭਾਗਵਾਨੇ ਹੁਣ ਜਦੋਂ ਮੈਂ ਸਤਿਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ, ਗੁਰੂ ਸਾਹਿਬ ਨੂੰ ਖੁਸ਼ ਕਰਾਂਗਾ, ਗੁਰੂ ਸਾਹਿਬ ਦਇਆਲੂ ਹੋਣਗੇ, ਬਖਸ਼ਿਸ਼ ਕਰਨਗੇ, ਨਿਹਾਲ ਕਰਨਗੇ ਤੇ ਜਦੋਂ ਨਿਹਾਲ ਕਰਨਗੇ ਭਾਗਵਾਨੇ ਫਿਰ ਮੈਂ ਤੈਨੂੰ ਆ ਕੇ ਮਿਲਾਂਗਾ। ਮੈਂ ਆਪਣੇ ਗੁਰੂ ਨੂੰ ਮਿਲ ਕੇ ਪਹਿਲਾਂ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਨਿਹਾਲ ਹੋਣਾ ਚਾਹੁੰਦਾ ਹਾਂ। ਯਹ ਮਸਲਤ ਕਰ ਬੇਟਿਓ ਕਾਸ ਭੋਜਨ ਆਨਿਓ ਆਪਨ ਆਵਾਸ। ਇਸ ਤਰ੍ਹਾਂ ਗੁਰੂ ਕੇ ਸਵਾਰਿਓ ਸਲਾਹ ਕਰਕੇ ਭਾਈ ਮੰਝ ਸਾਹਿਬ ਨੇ ਉਹ ਘਾਹ ਜਿਹੜਾ ਸੀ, ਕਿਉਂਕਿ ਘਾਹ ਨੂੰ ਵੇਚਣ ਦਾ ਕੰਮ ਕਰਦੇ ਨੇ, ਉਸ ਘਾਹ ਨੂੰ ਵੇਚਿਆ ਤੇ ਉਸ ਘਾਹ ਨੂੰ ਵੇਚ ਕੇ ਭੋਜਨ ਆਪਣੇ ਘਰ ਵਿੱਚ ਲਿਆਏ। ਕਰੋ ਮੇਵੜੇ ਤਭੇ ਆਹਾਰਾ ਅਚੋਂ ਸੁਪਤ ਪਾ ਨਿਸਾ ਮਝਾਰਾ। ਕਹਿੰਦੇ ਨੇ ਮੇਵੜੇ ਨੂੰ ਉਹ ਭੋਜਨ ਜਿਹੜਾ ਸੀ ਬੜੇ ਪਿਆਰ ਦੇ ਨਾਲ ਭਾਈ ਮੰਝ ਸਾਹਿਬ ਨੇ ਛਕਾਇਆ। ਅਚਿਓ ਉਸਨੇ ਭੋਜਨ ਛਕਿਆ, ਸੁਪਤ ਪਾ ਨਿਸਾ ਮਝਾਰਾ ਤੇ ਉਹ ਮੇਵੜਾ ਸਾਰੀ ਰਾਤ ਪਿਆਰ ਦੇ ਨਾਲ ਗੂੜੀ ਨੀਂਦ ਸੁੱਤਾ। ਉਠ ਪ੍ਰਭਾਤ ਤਿਸ ਕੇ ਸੰਗ ਚਾਲਾ ਜਹਾਂ ਬਿਰਾਜਹਿ ਪ੍ਰਭੂ ਕਿਰਪਾਲਾ। ਕਵੀ ਜੀ ਕਹਿੰਦੇ ਨੇ ਭਾਈ ਮੰਝ ਉਸ ਮੇਵੜੇ ਦੇ ਨਾਲ ਸਵੇਰੇ ਪ੍ਰਭਾਤ ਉੱਠਿਆ। ਉੱਠ ਕੇ ਜਲ ਪਾਣੀ ਗ੍ਰਹਿਣ ਕਰਨ ਤੋਂ ਬਾਅਦ ਉਸ ਮੇਵੜੇ ਦੇ ਨਾਲ ਸਤਿਗੁਰਾਂ ਦੇ ਵੱਲ ਚੱਲ ਪਿਆ, ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਸਿੱਖਾਂ ਉੱਤੇ ਰਹਿਮਤਾਂ ਦੀਆਂ ਬਰਸਾਤ ਕਰਦੇ ਹਨ। ਉੱਥੇ ਭਾਈ ਮੰਝ ਸਾਹਿਬ ਪਹੁੰਚਦੇ ਹਨ। ਜਾਏ ਗੁਰੂ ਕੋ ਦਰਸ ਬਿਲੋਕਿਓ ਉਮਗਿਓ ਪ੍ਰੇਮ ਕੰਠ ਜਨ ਰੋਕਿਓ। ਕਹਿੰਦੇ ਨੇ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਉਸ ਭਾਈ ਮੰਝ ਸਾਹਿਬ ਨੇ ਕੀਤੇ। ਜਦੋਂ ਦਰਸ਼ਨ ਕੀਤੇ ਉਮਗਿਓ ਪ੍ਰੇਮ, ਉਹਨਾਂ ਦੇ ਮਨ ਵਿੱਚ, ਭਾਈ ਮੰਝ ਸਾਹਿਬ ਦੇ ਮਨ ਵਿੱਚ ਬਾਹਲਾ ਪ੍ਰੇਮ ਜਾਗਿਆ, ਗੁਰੂ ਵਾਸਤੇ ਬਹੁਤ ਪ੍ਰੇਮ ਜਾਗਿਆ। ਤੇ ਕਹਿੰਦੇ ਜਦੋਂ ਪ੍ਰੇਮ ਜਾਗਿਆ ਕੰਠ ਜਿਨ ਰੋਕਿਓ, ਉਸ ਪ੍ਰੇਮ ਨੇ ਗਲਾ ਰੋਕ ਦਿੱਤਾ, ਗਲਾ ਭਰਿਆ ਗਿਆ। ਵੀ ਕਮਾਲ ਹੋ ਗਈ, ਸਤਿਗੁਰੂ ਕਿੱਡੇ ਦਿਆਲੂ ਨੇ। ਇੱਕ ਗਰੀਬ ਨੂੰ ਜਾਣ ਕੇ ਦਇਆ ਕਰਨ ਵਾਸਤੇ, ਕਿਰਪਾਲਤਾ ਕਰਨ ਵਾਸਤੇ ਉਹਨਾਂ ਨੇ ਆਪਣੇ ਚਰਨਾਂ ਵਿੱਚ ਬੁਲਾਇਆ ਹੈ। ਸਤਿਗੁਰ ਨਿਜ ਰੁਖ ਨਹੀਂ ਜਨਾਇਵ ਔਰ ਸਾਥ ਕਹਿ ਸੇਵਾ ਲਾਇਵ। ਗੁਰੂ ਕੇ ਸਵਾਰਿਓ ਸਤਿਗੁਰੂ ਜੀ ਨੇ ਆਪਣਾ ਰੁਖ ਉਸ ਵਾਲੇ ਪਾਸੇ ਨਹੀਂ ਕੀਤਾ, ਸਾਥ ਕਹਿ ਕੇ ਸੇਵਾ ਤੇ ਲਾ ਦਿੱਤਾ। ਕਿਸੇ ਨੂੰ ਕਿਹਾ ਭਾਈ ਇਹਨੂੰ ਵੀ ਨਾਲ ਸੇਵਾ ਤੇ ਲਾ ਲਓ, ਪਰ ਆਪਣੀ ਹਾਲੀ ਗੱਲ ਗੁਰੂ ਕੇ ਸਵਾਰਿਓ ਸਤਿਗੁਰਾਂ ਨੇ ਜਿਹੜੀ ਅੰਦਰ ਦਾ ਵਿਚਾਰ ਸੀ ਉਹ ਪ੍ਰਗਟ ਨਹੀਂ ਕੀਤਾ। ਨਾਲ ਦੇ ਸਿੱਖ ਨੂੰ ਇਸ਼ਾਰਾ ਕੀਤਾ, ਕਹਿ ਲਗੇ ਸਮਾਜ ਨੂੰ ਵੀ ਨਾਲ ਸੇਵਾ ਵਿੱਚ ਲਾਓ। ਦੇਗ ਹੇਤ ਸਮਧਾ ਨਿਤ ਲਿਆਵੈ
ਭਇਓ ਪ੍ਰਸੰਨ ਗੁਰੂ ਜਿਮ ਭਾਵੈ। ਕਹਿਣ ਲੱਗੇ ਰੋਜ਼ ਭਾਈ ਮੰਝ ਲੰਗਰ ਵਾਸਤੇ ਸਮਗਰੀ ਲਿਆਉਂਦਾ ਹੈ। ਉਸ ਸਿੱਖ ਦੇ ਨਾਲ ਬੜਾ ਖੁਸ਼ ਹੋਇਆ। ਭਇਓ ਜਿਵੇਂ ਗੁਰੂ ਜੀ ਨੂੰ ਭਾਉਂਦਾ ਸੀ ਉਸੇ ਤਰ੍ਹਾਂ ਪ੍ਰਸੰਨ ਰਹਿੰਦਾ ਹੈ ਭਾਈ ਮੰਝ। ਰੋਜ਼ ਗੁਰੂ ਕੇ ਸਵਾਰੋ ਇਸ ਢੰਗ ਦੇ ਨਾਲ ਸੇਵਾ ਕਰਨ ਲੱਗਾ। ਵਹਿਰ ਜਾਏ ਨਿਤ ਈਂਧਣ ਆਨੈ, ਸ਼ੁਸ਼ਕ ਭਾਰ ਭਾਰੀ ਤਿਸ ਥਾਨੈ। ਕਹਿ ਲਗੇ ਬਾਹਰ ਜਾਂਦਾ ਜੰਗਲਾਂ ਵਿੱਚ ਜਾ ਕੇ ਲੱਕੜਾਂ ਲਿਆਉਂਦਾ ਹੈ। ਸੁੱਕੀਆਂ ਲੱਕੜਾਂ ਦੀ ਇੱਕ ਵੱਡੀ ਪੰਡ ਆ ਕੇ ਗੁਰੂ ਕੇ ਲੰਗਰ ਵਿੱਚ ਪਾਉਂਦਾ ਹੈ। ਇਹ ਬਹੁਤ ਵੱਡੀ ਸੇਵਾ। ਜਾ ਕੇ ਜੰਗਲ ਵਿੱਚ ਲੱਕੜਾਂ ਵੱਢਦਾ ਹੈ, ਇਕੱਠੀਆਂ ਕਰਦਾ ਹੈ। ਸੁੱਕੀਆਂ ਲੱਕੜਾਂ ਦੀ ਇੱਕ ਪੰਡ ਬੰਨ੍ਹਦਾ ਤੇ ਭਾਰੀ ਪੰਡ ਬੰਨ ਕੇ ਲੰਗਰ ਵਿੱਚ ਲਿਆ ਪਾਉਂਦਾ ਹੈ। ਗੁਰ ਲੰਗਰ ਮਹਿ ਦੇਵੇ ਆਨ, ਭੋਜਨ ਖਾਏ ਕਰੇ ਗੁਜਰਾਨ। ਗੁਰੂ ਕੇ ਸਵਾਰੋ ਆ ਕੇ ਭਾਈ ਮੰਝ ਲੰਗਰ ਦੇ ਵਿੱਚ, ਜਿੱਥੇ ਲੰਗਰ ਪੱਕਦਾ ਹੈ, ਇਹ ਬਾਲਣ ਲਿਆ ਕੇ ਪਾ ਦਿੰਦਾ, ਲੱਕੜਾਂ ਪਾ ਦਿੰਦਾ ਹੈ। ਭੋਜਨ ਖਾਏ ਕਰੇ ਗੁਜਰਾਨ। ਇਸ ਤਰ੍ਹਾਂ ਕਰਦਿਆਂ ਗੁਰੂ ਕੇ ਲੰਗਰ ਵਿੱਚੋਂ ਭੋਜਨ ਵੀ ਛਕਦਾ ਹੈ ਤੇ ਇਉਂ ਆਪਣਾ ਗੁਜ਼ਾਰਾ ਕਰਦਾ ਹੈ। ਪ੍ਰੇਮ ਲਗਨ ਮਹਿ ਰਹਿ ਨਿਮਗਨਾ, ਹਿਰਦੈ ਵਿਕਾਰ ਕਰੇ ਸਭ ਭਗਨਾ। ਬਸ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਅੰਦਰ ਹਮੇਸ਼ਾ ਨਿਮਗਨ ਰਹਿੰਦਾ, ਨਿਰੰਤਰ ਗੁਰੂ ਦੇ ਪ੍ਰੇਮ ਵਿੱਚ ਰਹਿੰਦਾ। ਆਸਾ ਪਾਸਾ ਸਾਰਾ ਭੁੱਲ ਗਿਆ। ਹਿਰਦੇ ਵਿਕਾਰ ਕਰੇ ਸਭ ਭਗਨ। ਜਿਹੜੇ ਹਿਰਦੇ ਦੇ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ, ਇਹ ਸਾਰੀ ਜਿਹੜੀਆਂ ਚੀਜ਼ਾਂ ਸਨ ਗੁਰੂ ਕੇ ਸਵਾਰੋ ਮਾਨੋ ਉਸਨੇ ਸਾਰੀਆਂ ਖਤਮ ਕਰ ਦਿੱਤੀਆਂ। ਇਹ ਨੇੜੇ ਨਹੀਂ ਰਹੀਆਂ। ਬਸ ਅੰਦਰ ਮਨ ਵਿੱਚ ਜੇ ਰਿਹਾ ਤੇ ਗੁਰੂ ਕਾ ਪ੍ਰੇਮ ਰਿਹਾ ਵੀ ਸਤਿਗੁਰੂ ਜੀ ਨੂੰ ਕਿਸੇ ਵੀ ਢੰਗ ਦੇ ਨਾਲ ਰਝਾਣਾ ਹੈ। ਇੰਤਕ ਦਿਓ ਸਭ ਬਤੀਤੇ ਜਬੈ, ਅੰਤਰ ਜਾਮੀ ਬੂਝਿਓ ਤਬੈ। ਇਸੇ ਤਰ੍ਹਾਂ ਗੁਰੂ ਕੇ ਸਵਾਰੋ ਕਈ ਦਿਨ ਸੇਵਾ ਕਰਦਿਆਂ ਜਦੋਂ ਬਤੀਤ ਹੋ ਗਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰਜਾਮੀ ਨੇ, ਜਿਹੜੇ ਅੰਦਰ ਦੀਆਂ ਜਾਣਦੇ ਨੇ, ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰਾ ਕੁਝ ਸਮਝ ਲਿਆ, ਸਾਰਾ ਕੁਝ ਜਾਣ ਲਿਆ। ਭਾਈ ਮੰਝ ਕੀ ਜਾਣਦਾ ਹੈ, ਭਾਈ ਮੰਝ ਕਿਵੇਂ ਸੇਵਾ ਕਰਦਾ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਅੰਦਰ ਦੀ ਸਾਰੀ ਬਿਰਥਾਂ ਨੂੰ ਜਾਣਿਆ। ਮੰਝ ਸਿੱਖ ਇਸ ਥਲ ਜੋ ਆਵਾ, ਕਿਆ ਸੋ ਕਰਹਿ ਕਹਾਂ ਸੋ ਖਾਵਾ। ਗੁਰੂ ਸਾਹਿਬ ਜੀ ਨੇ ਇੱਕੋ ਦਮ ਅੰਤਰਜਾਮੀ ਸਤਿਗੁਰੂ ਜੀ ਨੇ ਕਿਸੇ ਤੋਂ ਪੁੱਛਿਆ, ਭਾਈ ਇੱਥੇ ਇੱਕ ਮੰਝ ਨਾਂ ਦਾ ਸਿੱਖ ਆਇਆ, ਉਹ ਮੰਝ ਨਾਂ ਦਾ ਸਿੱਖ ਕਿਆ ਸੋ ਕਰੇ, ਉਹ ਕੀ ਕਰਦਾ ਹੈ, ਉਹ ਕਿਹੜੀ ਸੇਵਾ ਕਰਦਾ ਹੈ, ਕਿਹੜਾ ਕੰਮ ਇੱਥੇ ਕਰਦਾ, ਕਹਾਂ ਸੋ ਖਾਵਾ। ਤੇ ਜੇ ਸੇਵਾ ਇੱਥੇ ਕਰਦਾ ਤੇ ਉਹ ਖਾਂਦਾ ਕਿੱਥੋਂ ਹੈ। ਦੇਖੋ ਗੁਰੂ ਕੇ ਸਵਾਰੋ ਕਿੱਡੀ ਵੱਡੀ ਪ੍ਰੀਖਿਆ। ਤੇ ਮੰਝ ਵੀ ਕਮਾਲ ਦਾ। ਬਸ ਪਾਤਸ਼ਾਹ ਤੇਰੇ ਦਰ ਦੀ ਇੱਕ ਨਜ਼ਰ ਚਾਹੀਦੀ ਏ, ਤੇਰੀ ਸਿੱਖੀ ਚਾਹੀਦੀ ਏ। ਮੈਂ ਹਰ ਇੱਕ ਚੀਜ਼ ਨੂੰ ਆਪਣੇ ਇਸ ਪਿੰਡੇ ਤੇ ਹੰਢਾਉਣ ਵਾਸਤੇ ਤਿਆਰ ਹਾਂ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਉਹ ਮੰਝ ਕਰਦਾ ਕੀ ਹੈ, ਉਹ ਛਕਦਾ ਕਿੱਥੋਂ ਹੈ। ਇੱਕ ਸਿੱਖ ਨੇ ਬਿਰਤੰਤ ਸੁਣਾਇਓ, ਜਬ ਕੋ ਇਹਾਂ ਸਿੱਖ ਸੋ ਆਇਓ। ਇੱਕ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਬਿਰਤਾਂਤ ਸੁਣਾਇਆ। ਕਹਿਣ ਲੱਗਾ, ਮਹਾਰਾਜ ਜਦੋਂ ਦਾ ਉਹ ਸਿੱਖ ਇਸ ਥਾਂ ਤੇ ਆਇਆ ਹੈ, ਈਂਦਨ ਕੋ ਸਕੇਲ ਬਹੁ ਲਿਆਵੇ, ਲੰਗਰ ਤੇ ਭੋਜਨ ਕੋ ਖਾਵੇ। ਕਹਿਣ ਲੱਗੇ ਮਹਾਰਾਜ ਉਹ ਜੰਗਲ ਵਿੱਚੋਂ ਈਂਧਣ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਹੈ ਤੇ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਭਾਰ ਬੰਨ ਕੇ ਲਿਆਉਂਦਾ, ਲੰਗਰ ਵਿੱਚ ਪਾਉਂਦਾ ਹੈ। ਤੇ ਕਹਿੰਦੇ ਲੰਗਰ ਜਿਹੜਾ ਉਹ ਭੋਜਨ ਜਿਹੜਾ ਉਹ ਲੰਗਰ ਵਿੱਚੋਂ ਛਕਦਾ ਹੈ। ਭਇਓ ਹੁਕਮ ਸੇਵਾ ਮਹਿ ਖਾਮੀ, ਕਰਤ ਬਿਗਾਰਨ ਆਪਣੋ ਕਾਮੀ। ਗੁਰੂ ਜੀ ਨੇ ਹੁਕਮ ਦਿੱਤਾ, ਆ ਜਿਹੜਾ ਹੁਕਮ ਦਿੱਤਾ, ਕਹਿਣ ਲੱਗੇ ਇਹ ਤੇ ਸੇਵਾ ਵਿੱਚ ਹਾਲੀ ਕਚਿਆਈ ਹੈ। ਮੰਝ ਤੇ ਲੈਣ ਆਇਆ ਸਿੱਖੀ, ਮੰਝ ਤੇ ਸਿੱਖੀ ਗ੍ਰਹਿਣ ਕਰਨ ਵਾਸਤੇ ਆਇਆ ਹੈ, ਪਰ ਆ ਤੇ ਸੇਵਾ ਵਿੱਚ ਹਾਲੀ ਬੜੀ ਕਚਿਆਈ ਹੈ।
ਉਹਨੇ ਆਪਣਾ ਕੰਮ ਹੀ ਵਿਗਾੜ ਰਿਹਾ। ਸੇਵਾ ਸਭ ਨਹੀਂ ਕਰ ਰਿਹਾ, ਆਪਣਾ ਕੰਮ ਵਿਗਾੜ ਰਿਹਾ ਹੈ। ਪਾਤਸ਼ਾਹ ਜੀ ਨੇ ਇਹ ਬਚਨ ਉਸ ਵੇਲੇ ਕਹਿਣਾ ਕੀਤੇ। ਅਜੇ ਆਹਾਰ ਮਜੂਰੀ ਸਮ ਹੋਏ, ਤੁਰਤ ਹਿਰਦੈ ਕੀ ਮਲ ਕੋ ਨਹਿ ਖੋਏ। ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਤਾਂ ਕੀ ਹੈ, ਜਿੰਨਾ ਕੰਮ ਕੀਤਾ ਉਹਨਾਂ ਛਕ ਲਿਆ। ਲੱਕੜਾਂ ਦੀ ਇੱਕ ਪੰਡ ਪਾਈ ਲੰਗਰ ਵਿੱਚ ਤੇ ਉਹਨਾਂ ਹੀ ਭੱਜ ਛਕ ਲਿਆ। ਇਹ ਤੇ ਮਜ਼ਦੂਰੀ ਦੀ ਤਰ੍ਹਾਂ ਹੋ ਗਿਆ। ਪ੍ਰੇਮ ਥੋੜੀ ਹੈ, ਇਹ ਕੋਈ ਸੇਵਾ ਥੋੜੀ ਹੈ। ਸੇਵਾ ਵਿੱਚ ਤੇ ਗਵਾਣਾ ਹੁੰਦਾ ਹੈ, ਹਾਸਲ ਥੋੜਾ ਕਰਨਾ ਹੈ, ਪਰ ਸੇਵਾ ਵਿੱਚ ਤੇ ਆਪਣੇ ਆਪ ਨੂੰ ਗਵਾਣਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਜਲਦੀ ਨਾਲ ਮਨ ਦੀ ਮੈਲ ਉਤਰਦੀ ਨਹੀਂ ਹੈ। ਕਾਹੂ ਅਪਰ ਤੇ ਭੋਜਨ ਖਾਏ, ਗੁਰ ਲੰਗਰ ਕੀ ਸੇਵ ਕਮਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਸੇ ਹੋਰ ਥਾਂ ਤੋਂ ਭੋਜਨ ਖਾਵੇ ਤੇ ਗੁਰੂ ਦੇ ਲੰਗਰ ਦੀ ਸੇਵਾ ਰੱਜ ਕੇ ਕਰੇ। ਦੇਖੋ ਸੇਵਾ ਦਾ ਇਹ ਗੁਣ ਗੁਰੂ ਸਾਹਿਬ ਜੀ ਨੇ ਕਿੰਨੇ ਪਿਆਰ ਦੇ ਨਾਲ ਇਹ ਗੱਲ ਸਮਝਾਉਂਦੇ ਨੇ ਵੀ ਜਦੋਂ ਗੁਰੂ ਦੀ ਰਹਿਮਤ ਲੈਣੀ ਹੈ ਤੇ ਕਿੰਨਾ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਹੈ। ਉਸ ਸਿੱਖ ਦਾ ਜੀਵਨ ਸਾਨੂੰ ਦੱਸਦਾ ਹੈ। ਉਹ ਕਹਿੰਦੇ ਲੰਗਰ ਵਿੱਚ ਵੀ ਬੈਠਣਾ ਹੈ ਤੇ ਗੁਰੂ ਦਾ ਲੰਗਰ ਜਾਣ ਕੇ। ਪੁਰਾਣੇ ਸਿੱਖ ਜਾਂ ਲੰਗਰਾਂ ਵਿੱਚ ਇਹ ਮਰਿਆਦਾ ਸੀ ਕਿ ਕਿਸੇ ਨੇ ਝੂਠਾ ਗੁਰੂ ਦਾ ਲੰਗਰ ਦਾ ਪ੍ਰਸ਼ਾਦਾ ਨਹੀਂ ਛੱਡਣਾ। ਪਤਾ ਨਹੀਂ ਕਿੱਡੀ ਕੁ ਮਹਾਨ ਸਿੱਖਾਂ ਦੀ ਕਿਰਤ ਬਿਰਤ ਦੇ ਨਾਲ ਇਸ ਗੁਰੂ ਕੇ ਦਰਬਾਰ ਰਾਹੀਂ ਇਸ ਲੰਗਰ ਵਿੱਚ ਪਹੁੰਚਿਆ ਹੈ ਭੋਜਨ। ਝੂਠਾ ਨਹੀਂ ਛੱਡਣਾ, ਉਹਨਾਂ ਲੈਣਾ ਜਿੰਨਾ ਛਕ ਲੈਣਾ ਹੈ। ਫਿਰ ਸਿੱਖਾਂ ਨੇ ਜਿੰਨਾ ਛਕਣਾ ਕਹਿਣਾ ਪਾਤਸ਼ਾਹ ਕਿਰਪਾ ਕਰਿਓ, ਜਪ ਤਪ ਵੀ ਇੰਨਾ ਕਰਾਇਓ। ਵੈਸੇ ਤੇ ਸਿੱਖ ਦਾ ਗੁਰੂ ਘਰ ਦਾ ਲੰਗਰ ਤੇ ਗੁਰੂ ਦਾ ਹੈ ਹੀ ਹੈ, ਇਹ ਕੋਈ ਸ਼ੱਕ ਨਹੀਂ। ਪਰ ਜਿਹੜਾ ਸਿੱਖ ਹੈ ਉਹਦੇ ਤੇ ਘਰ ਦਾ ਲੰਗਰ ਵੀ ਗੁਰੂ ਦੇ ਘਰ ਦਾ ਲੰਗਰ ਹੀ ਹੈ। ਜਿਹੜਾ ਉਹਦੇ ਘਰ ਪ੍ਰਸ਼ਾਦਾ ਬਣਦਾ ਹੈ ਉਹ ਵੀ ਗੁਰੂ ਦਾ ਲੰਗਰ, ਗੁਰੂ ਦੀ ਦਾਤ ਹੀ ਹੈ ਜਿਹੜੀ ਉਹ ਛਕਦਾ ਹੈ। ਤੇ ਜ਼ਿੰਮੇਵਾਰੀ ਬਣਦੀ ਹੈ ਵੀ ਨਹੀਂ ਪਾਤਸ਼ਾਹ ਜਿੰਨਾ ਮੈਨੂੰ ਤੁਸੀਂ ਛਕਣ ਲਈ ਦਿੱਤਾ ਹੈ ਮੈਂ ਓਨਾ ਹੀ ਜਪ ਤਪ ਕਰਾਂ, ਓਨੀ ਮੇਰੇ ਤੋਂ ਸਿਮਰਨ ਦੀ ਕਮਾਈ ਕਰਾਓ। ਪਰ ਜਿਹੜਾ ਕੱਲਾ ਸਿਧਾਂਤ ਤੇ ਦਿੰਦੇ ਨੇ, ਜਿਹੜਾ ਕੱਲਾ ਦਾਤ ਨਾਲ ਜੁੜ ਜਾਏ, ਦਾਤੇ ਨੂੰ ਭੁੱਲ ਜਾਏ, ਪਾਤਸ਼ਾਹ ਕਹਿਣ ਲੱਗੇ ਨਹੀਂ ਇਹ ਤਾਂ ਸਿੱਖੀ ਦਾ ਇਹੀ ਤਾਂ ਵਿਗਾੜ ਹੈ। ਕਹਿਣ ਲੱਗੇ ਨਹੀਂ, ਦਾਤੇ ਨੂੰ ਚੇਤੇ ਰੱਖਣਾ, ਦਾਤ ਤੈਨੂੰ ਮਿਲੀ ਏ ਉਹਦਾ ਸ਼ੁਕਰਾਨਾ ਕਰ। ਪਾਤਸ਼ਾਹ ਤੇਰੀ ਬਹੁਤ ਵੱਡੀ ਕਿਰਪਾ, ਮੈਂ ਇੰਨੇ ਯੋਗ ਨਹੀਂ ਸਾਂ ਜਿੰਨੀ ਤੂੰ ਮੇਰੀ ਝੋਲੀ ਭਰ ਦਿੱਤੇ। ਤੇ ਉਸ ਬਰੀਕ ਸਿੱਖੀ ਦੀ, ਖੰਡੇ ਧਾਰ ਸਿੱਖੀ ਦੀ ਵਿਆਖਿਆ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ। ਭਾਈ ਮੰਝ ਦੇ ਪ੍ਰਸੰਗ ਰਾਹੀਂ ਕਹਿੰਦੇ ਨੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮੰਝ ਨੂੰ ਕਹੋ ਵੀ ਸੇਵਾ ਤਾਂ ਕਰੇ, ਰੱਜ ਕੇ ਸੇਵਾ ਕਰੇ, ਪਰ ਜਿਹੜਾ ਲੰਗਰ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ, ਇਹ ਕਿਧਰੇ ਹੋਰ ਛਕੇ। ਜਿਤੋ ਆਹਾਰ ਕਹੂੰ ਤੇ ਪਾਵੇ, ਦੇਹ ਅਪਰ ਕੋ ਲਗ ਨਿਜ ਖਾਵੇ। ਕਹਿ ਲਗੇ ਜਿੰਨਾ ਵੀ ਆਹਾਰ ਕਿਸੇ ਥਾਂ ਤੇ ਪਾਵੇ ਉਸ ਵਿੱਚੋਂ ਹੋਰਨਾਂ ਨੂੰ ਦੇ ਕੇ ਥੋੜਾ ਜਿਹਾ ਆਪ ਖਾਏ। ਜਿੱਥੋਂ ਵੀ ਛਕਣਾ ਹੈ ਉੱਥੇ ਪਹਿਲਾਂ ਵੰਡ ਕੇ ਫਿਰ ਆਪ ਛਕੇ, ਸੇਵਾ ਕਰੇ ਗੁਰੂ ਦੇ ਘਰ ਦੀ, ਇਹ ਲੰਗਰ ਦੀ। ਇਹਨੂੰ ਕਹਿੰਦੇ ਨੇ ਕਰੜੀ ਘਾਲ, ਇਹਨੂੰ ਕਹਿੰਦੇ ਨੇ ਖੰਡੇ ਦੀ ਧਾਰ ਤੇ ਚੱਲਣਾ, ਇਹਨੂੰ ਕਹਿੰਦੇ ਨੇ ਬਾਲ ਤੋਂ ਨਿੱਕੀ ਸੂਖਸ਼ਮ ਸਿੱਖੀ ਨੂੰ ਕਮਾਣਾ। ਉਹ ਕਹਿੰਦੇ ਦੇਖੀ ਤੈਨੂੰ ਗੁਰੂ ਤੇ ਕਿੰਨਾ ਫੇਤ ਹੈ, ਤੇਰਾ ਮਨ ਦੱਸੇਗਾ। ਸਾਹਿਬ ਨੇ ਇਸ ਤਰ੍ਹਾਂ ਹੁਕਮ ਕੀਤਾ, ਸਿੱਖ ਨੇ ਤਿਸੈ ਹਟਾਇਓ ਤੈਸੇ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ। ਉਸ ਸਿੱਖ ਨੇ ਜਲਦੀ ਨਾਲ ਸਤਿਗੁਰੂ ਜੀ ਦਾ ਵਚਨ ਸੁਣਿਆ ਤੇ ਭਾਈ ਮੰਝ ਜੀ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ, ਹਟਾ ਦਿੱਤਾ। ਕਿਹਾ ਭਾਈ ਤੂੰ ਤੇ ਸਿੱਖੀ ਨੂੰ ਕਮਾ ਰਿਹਾ ਹੈ, ਗੁਰੂ ਦੀ ਖੁਸ਼ੀ ਲੈਣ ਵਾਸਤੇ ਆਇਆ ਹੈ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਕੀ ਗੱਲ ਬਣੀ ਵੀ ਜਿੰਨਾ ਪਾਇਆ ਜਿੰਨਾ ਕੀਤਾ ਉਹਨਾਂ ਛਕ ਲਿਆ। ਤੂੰ ਲੰਗਰ ਵਿੱਚ ਕਹਿੰਦੇ ਲੱਕੜਾਂ ਪਾਣਾ ਹੈ, ਪਰ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕ ਲੈਣਾ ਹੈ।
ਉਸ ਸਿੱਖ ਨੇ ਹਟਾਇਆ ਤੇ ਭਾਈ ਮੰਝ ਸਾਹਿਬ ਨੇ ਸੁਣੀ ਗੱਲ ਉਹਦੀ, ਦੋਵੇਂ ਹੱਥ ਜੋੜ ਲਏ, ਆਖਿਆ ਗੁਰਸਿੱਖਾ ਧੰਨ ਹੈ, ਮੈਨੂੰ ਪਤਾ ਨਹੀਂ, ਮੈਂ ਗੁਰੂ ਦੀ ਰਹਿਮਤ ਲੈਣ ਵਾਸਤੇ ਆਇਆ, ਮੈਨੂੰ ਪਤਾ ਨਹੀਂ, ਸਤਿਗੁਰਾਂ ਨੇ ਆਪ ਹੀ ਕਿਰਪਾ ਕੀਤੀ। ਕਹਿ ਲਗੇ ਜਿਵੇਂ ਗੁਰੂ ਸਾਹਿਬ ਜੀ ਨੇ ਫਰਮਾਇਆ ਸੀ, ਭਾਈ ਮੰਝ ਸਾਹਿਬ ਉਸੇ ਤਰ੍ਹਾਂ ਹੀ ਕਰਨ ਲੱਗੇ। ਸਿੱਖਣ ਤੇ ਜਾਚੇ ਅਰ ਖਾਏ, ਸਭ ਦਿਨ ਲੰਗਰ ਸੇਵ ਕਮਾਏ। ਕਹਿ ਲਗੇ ਭਾਈ ਮੰਝ ਹੁਣ ਕੀ ਕਰਦਾ ਵੀ ਸਿੱਖਾਂ ਤੋਂ ਮੰਗ ਕੇ ਪ੍ਰਸ਼ਾਦਾ ਛਕਦਾ, ਭੋਜਨ ਜਿਹਨਾਂ ਛਕਣਾ ਹੁੰਦਾ, ਔਰ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਨੀ, ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ। ਇਹਦਾ ਅਰਥ ਇਹ ਨਹੀਂ ਵੀ ਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਤੋਂ ਰੋਕਦੇ ਨੇ, ਨਹੀਂ। ਸਿੱਖੀ ਦੀ ਉਹ ਬਰੀਕ ਜਿਹੜਾ ਸੂਖਸ਼ਮ ਗੱਲ ਹੈ, ਗੁਰੂ ਕੇ ਸਾਰੇ ਉਹ ਸਮਝਾਉਂਦੇ ਨੇ। ਭਾਈ ਮੰਝ ਬੜੀ ਕਰੜੀ ਘਾਲ ਘਾਲਦਾ, ਸੇਵਾ ਕਰਦਾ ਸਾਰਾ ਦਿਨ, ਤੇ ਸਿੱਖਾਂ ਤੋਂ ਜਾਚ ਕੇ ਮੰਗ ਕੇ ਪ੍ਰਸ਼ਾਦਾ ਛਕਦਾ ਹੈ। ਅਲਪ ਆਹਾਰ ਖਾਏ ਦੇ ਆਨ, ਮਨ ਆਪਣੇ ਦਿੜ ਨਿਸ਼ਚੈ ਠਾਨ। ਸਿੱਖੀ ਨੂੰ ਕਮਾਉਂਦਿਆਂ ਥੋੜਾ ਜਿਹਾ ਭੋਜਨ ਖਾਂਦਾ, ਜਿਨੇ ਨਾਲ ਸਰੀਰ ਚੱਲੇ, ਔਰ ਉਹ ਵੀ ਦੂਜਿਆਂ ਨੂੰ ਵੰਡ ਕੇ ਛਕਦਾ, ਕਿਉਂਕਿ ਜਦੋਂ ਗੁਰੂ ਕੇ ਸਵਾਰੋ ਜਪ ਤਪ ਕਮਾਈ ਕਰਨੀ ਹੈ, ਇਸ ਰਸਤੇ ਤੇ ਚੱਲਣਾ ਹੈ, ਕੁਦਰਤੀ ਓਨੀ ਸਾਵਧਾਨੀ ਦੀ ਜ਼ਰੂਰਤ ਹੈ। ਥੋੜਾ ਖਾਣਾ, ਅਲਪ ਆਹਾਰ ਜਿਹਨੂੰ ਕਹਿੰਦੇ ਨੇ, ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਉਹ ਕਹਿੰਦੇ ਨੇ ਬਈ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਇਸ ਮਾਰਗ ਤੇ ਚੱਲਣ ਵਾਲਿਆਂ ਦੀ ਚਾਲ ਹੀ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਉਹ ਮਾਰਗ ਹੈ। ਉਹ ਬਿਖਮ ਮਾਰਗ ਕਿਹੜਾ ਹੈ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਜਦੋਂ ਉਹਦੀ ਖੁਸ਼ੀ ਲੈਣੀ ਹੈ ਤੇ ਜ਼ਬਾਨ ਨੂੰ ਵੀ ਓਨਾ ਹੀ ਸੰਕੋਚਣਾ ਹੈ ਕਿ ਜਾਣੇ ਅਣਜਾਣੇ ਮੇਰੇ ਤੋਂ ਗੁਰੂ ਦੇ ਬੋਲ ਹੀ ਨਿਕਲਣ, ਮੈਂ ਸਿਮਰਨ ਹੀ ਕਰਾਂ, ਮੈਂ ਬਾਣੀ ਵੀ ਪੜਾਂ, ਕਿਤੇ ਇਸ ਜ਼ਬਾਨ ਤੋਂ ਕਿਧਰੇ ਨਿੰਦਿਆ ਚੁਗਲੀ ਤਾਂ ਕੋਈ ਬੋਲ ਨਾ ਨਿਕਲ ਜਾਏ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਸ ਰਸਤੇ ਤੇ ਚੱਲਣਾ। ਇਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਉਹ ਕਹਿੰਦੇ ਨੇ ਜਿਹੜੇ ਸਾਧਨਾ ਕਰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਉਹਦੇ ਦਰ ਤੱਕ ਪਹੁੰਚਣ ਦਾ ਸ਼ੌਂਕ ਤੇ ਚਾਹ ਹੈ, ਜਿਹੜੇ ਉਹਦੀ ਖੁਸ਼ੀ ਲੈਣਾ ਚਾਹੁੰਦੇ ਨੇ, ਕਹਿੰਦੇ ਉਹਨਾਂ ਦਾ ਖਾਣਾ ਵੀ ਥੋੜਾ ਹੋ ਜਾਂਦਾ, ਉਹਨਾਂ ਦੀ ਸੌਣਾ ਵੀ ਥੋੜਾ ਹੋ ਜਾਂਦਾ। ਅਲਪ ਆਹਾਰ, ਸੁਲਪ ਸੀ ਨਿੰਦਰਾ, ਬੜੀ ਥੋੜੀ ਜੀ ਨੀਂਦ ਤੇ ਥੋੜਾ ਜਿਹਾ ਛਕਣਾ ਵੀ, ਜਿਹਦੇ ਨਾਲ ਕੇਵਲ ਸਰੀਰ ਚੱਲ ਲੈ। ਉਸ ਜਪ ਤਪ ਸਿਮਰਨ ਵਾਸਤੇ, ਉਹਦੀ ਰਹਿਮਤ ਵਾਸਤੇ ਜਿਉਂਦੇ ਨੇ, ਖਾਣ ਵਾਸਤੇ ਨਹੀਂ ਜਿਉਂਦੇ। ਬਹੁਤਾਤ ਵਿੱਚ ਬੰਦਾ ਖਾਣ ਵਾਸਤੇ ਜਿਉਂਦਾ ਹੈ। ਪਾਤਸ਼ਾਹ ਕਹਿਣ ਲੱਗੇ ਖਾਣਾ ਤੇ ਸਿਮਰਨ ਵਾਸਤੇ ਸੀ, ਭੋਜਨ ਤਾਂ ਗ੍ਰਹਿਣ ਕੇਵਲ ਭਜਨ ਬੰਦਗੀ ਕਰਨ ਵਾਸਤੇ ਸਰੀਰ ਚੱਲਦਾ ਰਹੇ, ਇਸ ਕਰਕੇ ਕਰਨਾ ਸੀ, ਪਰ ਤੂੰ ਤਾਂ ਛਕਣ ਵਾਸਤੇ ਹੀ ਆਪਣਾ ਜੀਵਨ ਨਿਰਭਰ ਕਰ ਲਿਆ। ਤਾਂ ਹੀ ਤੇ ਉਹਨਾਂ ਨੇ ਫਿਰ ਇਸ ਜੀਵਨ ਬਾਰੇ ਬਚਨ ਕਹਿੰਦੇ ਨੇ, 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ। ਕਰੰਗੀ ਦਾ ਮਤਲਬ ਐਸ ਕਰੰਗ, ਸਰੀਰ ਦੇ ਰਸਾਂ ਕਸਾਂ ਵਿੱਚ ਹੀ ਹੰਸ ਲੱਗ ਗਿਆ। ਇਸ ਹੰਸ ਨੇ ਤੇ ਨਾਮ ਜਪਣਾ ਸੀ, ਇਹਨੇ ਤੇ ਰੱਬ ਦੇ ਮਾਰਗ ਤੇ ਚੱਲਣਾ ਸੀ, ਬਾਣੀ ਪੜ੍ਹਨੀ ਸੀ, ਸੇਵਾ ਕਰਨੀ ਸੀ, ਪਰ ਇਹ ਤੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਤਿਗੁਰੂ ਕਹਿਣ ਲੱਗੇ ਕਰੰਗੀ ਲੱਗਾ ਹੰਸ, ਤੇ ਅੱਗੇ ਬਚਨ ਕਹਿੰਦੇ ਫਿੱਟ ਅਵੇਹਿਆ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਇਸ ਜੀਵਨ ਨੂੰ ਕਹਿੰਦੇ ਕੀ ਕਹੀਏ ਜਿਹਨੇ ਸਿਰਫ ਖਾਣਾ ਹੀ ਸਿੱਖਿਆ। ਪਾਤਸ਼ਾਹ ਜੀ ਨੇ ਸਿੱਖੀ ਦਾ ਇਹ ਗੁਣ ਸਮਝਾਇਆ। ਕਹਿੰਦੇ ਉਹ ਲੋਕ ਬਹੁਤ ਥੋੜਾ ਖਾਂਦੇ ਨੇ, ਬਹੁਤ ਥੋੜਾ ਸੌਂਦੇ ਨੇ। ਦਇਆ ਤੇ ਸ਼ਿਮਾ, ਉਹਨਾਂ ਦੇ ਤਨ ਦੀ ਪ੍ਰੀਤ ਹੈ, ਕਿਸੇ ਨੂੰ ਮਾਫ ਕਰਨਾ,
ਇਹ ਉਹਨਾਂ ਦਾ ਗੁਣ ਹੋਇਆ ਕਰਦਾ। ਦੂਜੇ ਤੇ ਦਇਆ ਕਰਨਾ ਇਹ ਉਹਨਾਂ ਦਾ ਗੁਣ ਹੈ। ਰੱਬ ਆਉਂਦਾ ਹੀ ਉੱਥੇ ਹੈ। ਇੱਕ ਗੱਲ ਚੇਤੇ ਰੱਖਿਓ, ਪਾਤਸ਼ਾਹ ਕਹਿੰਦੇ ਰੱਬ ਨੂੰ ਮਿਲਣਾ ਤੇ ਚਾਹਨਾ ਹੈ, ਰੱਬ ਨੂੰ ਤੂੰ ਲਿਆਉਣਾ ਤੇ ਚਾਹਨਾ ਹੈ ਆਪਣੇ ਕੋਲ, ਪਰ ਤੇਰੀ ਸੇਜਾ ਤਿਆਰ ਨਹੀਂ। ਔਗਣਾ ਤੇ ਕਿੱਥੇ ਬੈਠੇ, ਗੁਣਾ ਤੇ ਉਹਨੇ ਆਉਣਾ। ਤੋ ਭਾਈ ਮੰਝ ਸਾਹਿਬ ਉਹ ਹਰ ਇੱਕ ਬਚਨ ਸਤਿਗੁਰੂ ਦਾ ਕਮਾ ਰਹੇ ਨੇ, ਜਿਹੜਾ ਬਚਨ ਨਾਲ ਜੀਵਨ ਸਫਲਾ ਹੋਣਾ ਹੈ। ਕਿਉਂਕਿ ਗੁਰੂ ਦਾ ਹਰ ਬਚਨ ਜੀਵਨ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਕਰਦੇ ਨੇ। ਉਸੇ ਤਰ੍ਹਾਂ ਕਰਨ ਲੱਗਾ, ਸਿੱਖਾਂ ਤੋਂ ਲੈ ਕੇ ਛਕਦਾ, ਪਹਿਲਾਂ ਦੂਜੇ ਨੂੰ ਛਕਾਉਂਦਾ ਹੈ, ਬਾਅਦ ਵਿੱਚ ਆਪ ਛਕਦਾ ਹੈ। ਭਇਓ ਸਰੀਰਾ ਸੋ ਦੁਰਬਲ ਛੀਨਾ, ਗੁਰ ਕੋ ਪ੍ਰੇਮ ਹਿਰਦੈ ਦਿੜ ਪੀਨਾ। ਕਹਿੰਦੇ ਨੇ ਸਾਰਾ ਦਿਨ ਸੇਵਾ ਵੀ ਕਰਦਾ ਤੇ ਥੋੜਾ ਜਿਹਾ ਛਕਣਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਲੋੜ ਮੁਤਾਬਕ ਖਾਣਾ। ਇਸ ਤਰ੍ਹਾਂ ਖਾਂਦਿਆਂ ਕਹਿੰਦੇ ਜਿਹੜਾ ਸਰੀਰ ਸੀ ਦੁਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਪਰ ਅੰਦਰ ਜਿਹੜਾ ਹੈ ਉਹ ਪ੍ਰੇਮ ਰੱਬ ਦਾ, ਗੁਰੂ ਦਾ ਪ੍ਰੇਮ ਜਿਹੜਾ ਉਹ ਬੜਾ ਦ੍ਰਿੜ ਹੈ, ਉਹ ਪ੍ਰਬਲ ਹੋ ਗਿਆ। ਸਰੀਰ ਕਮਜ਼ੋਰ ਹੋ ਗਿਆ, ਪਰ ਗੁਰੂ ਲਈ ਮਨ ਵਿੱਚ ਜਿਹੜਾ ਪ੍ਰੇਮ ਹੈ ਉਹ ਬੜਾ ਤਕੜਾ ਹੋ ਗਿਆ। ਵੀ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨਗੇ। ਇੱਕ ਦਿਨ ਸਤਿਗੁਰ ਨਿਕਟ ਬੁਲਾਵਾ, ਬਹੁ ਪ੍ਰਕਾਰ ਤੇ ਤੇ ਸਮਝਾਵਾ। ਇੱਕ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਈ ਮੰਝ ਸਾਹਿਬ ਇਸ ਤਰ੍ਹਾਂ ਘਾਲਣਾ ਘਾਲਦੇ ਨੇ ਪਏ, ਤੇ ਇੱਕ ਦਿਨ ਦਿਆਲੂ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਭਾਈ ਮੰਝ ਸਾਹਿਬ ਨੂੰ ਆਪਣੇ ਕੋਲ ਬੁਲਾ ਲਿਆ। ਤੇ ਕੋਲ ਬੁਲਾ ਕੇ ਬੜੇ ਢੰਗ ਨਾਲ, ਬੜੇ ਤਰੀਕੇ ਨਾਲ ਪਾਤਸ਼ਾਹ ਜੀ ਨੇ ਸਮਝਾਣਾ ਕੀਤਾ। ਤੈਂ ਆਪਣੀ ਸਭ ਵਸਤ ਗਵਾਈ, ਮਹਿਖੀ ਧੇਨ ਲੁੱਟੀ ਸਮੁਦਾਈ। ਪਾਤਸ਼ਾਹ ਜੀ ਕਹਿਣ ਲੱਗੇ, ਮੰਝ ਤੂੰ ਆਪਣੀਆਂ ਸਾਰੀਆਂ ਵਸਤੂਆਂ ਗਵਾ ਦਿੱਤੀਆਂ, ਤੇਰੇ ਘਰ ਦਾ ਧਨ ਵੀ ਚਲਾ ਗਿਆ, ਗਾਵਾਂ ਮੱਝਾਂ ਵੀ ਚਲੀਆਂ ਗਈਆਂ, ਸਭ ਕੁਝ ਲੁੱਟਿਆ ਗਿਆ ਤੇਰਾ, ਤੇਰੇ ਘਰ ਤੇ ਕੱਖ ਵੀ ਨਹੀਂ ਰਹਿ ਗਿਆ। ਸਰਬ ਸ਼ਰੀਕਨ ਨਿੰਦ ਉਚਾਰੀ, ਇਨ ਸਰਵਰ ਕੀ ਮਨਤ ਵਿਸਾਰੀ। ਕਹਿ ਲਗੇ ਸਾਰੇ ਸ਼ਰੀਕਾਂ ਨੇ ਤੇਰੀ ਨਿੰਦਿਆ ਵੀ ਕੀਤੀ ਹੈ, ਤੇ ਸਾਰਿਆਂ ਨੇ ਇਹ ਵੀ ਗੱਲ ਕਹੀ ਹੈ ਵੀ ਇਹਨੇ ਸਖੀ ਸਰਵਰ ਦੀ ਜਿਹੜੀ ਮਾਨਤਾ ਹੈ, ਜਿਹੜੀ ਪੂਜਾ ਹੈ, ਉਹ ਭੁਲਾ ਦਿੱਤਾ ਹੈ। ਤਾਹੋ ਮੁਕਾਮ ਕਾਮ ਕੇ ਬੁਰੋ, ਸੋ ਅਬ ਇਸਕੇ ਘਰ ਮਹਿ ਪਰੋ। ਕਹਿਣ ਲੱਗੇ ਬਈ ਉਹਦਾ ਲੋਕਾਂ ਨੇ ਕਿਹਾ ਵੀ ਇਹਨੇ ਸਖੀ ਸਰਵਰ ਦਾ ਮਕਾਮ, ਉਹਦੀ ਸਮਾਧ ਢਾ ਦਿੱਤੀ ਹੈ, ਤੇ ਤਾਂ ਕਰਕੇ ਇਹਦਾ ਸਾਰਾ ਕੰਮ ਵਿਗੜ ਗਿਆ। ਉਹ ਜਿਹੜਾ ਸਖੀ ਸਰਵਰ ਸੀ ਇਹਦੇ ਗਲ ਪੈ ਗਿਆ, ਉਹਨੇ ਇਹਦਾ ਸਾਰਾ ਸਾਜੋ ਸਮਾਨ ਖਤਮ ਕਰ ਦਿੱਤਾ ਹੈ। ਖੀਨ ਪਦਾਰਥ ਕਰਕੇ ਹੋਏ, ਦੁਖ ਪਾਇਓ ਕਰ ਉਜਰ ਜੋਏ। ਬਾਦਸ਼ਾਹ ਜੀ ਕਹਿਣ ਲੱਗੇ ਤੇਰੇ ਘਰ ਦੇ ਸਾਰੇ ਪਦਾਰਥ ਨਸ਼ਟ ਹੋ ਗਏ ਨੇ, ਤੈਨੂੰ ਦੁੱਖ ਪਾਇਓ ਘਰ ਉਜਰ ਜੋਏ। ਜਿਨ੍ਹਾਂ ਦੇ ਘਰ ਉਜੜ ਜਾਣ ਮੰਝ ਉਹ ਦੁਖੀ ਹੁੰਦੇ ਨੇ, ਤੇਰਾ ਘਰ ਵੀ ਉਜੜ ਗਿਆ ਹੈ। ਜਾਏ ਉਪਾਏ ਕਰੋ ਅਬ ਕੋਈ, ਕਹਿ ਨਿਜ ਪੀਰ ਮਾਨੀਏ ਸੋਈ। ਅੱਜ ਸਤਿਗੁਰੂ ਟਣਕਾ ਰਹੇ ਨੇ, ਦੇਖਿਓ ਹੁਣ। ਪਾਤਸ਼ਾਹ ਜੀ ਕਹਿਣ ਲੱਗੇ ਉਹ ਤੇਰਾ ਸਾਰਾ ਕੁਝ ਉਜੜ ਗਿਆ, ਕੁਝ ਨਹੀਂ ਰਿਹਾ, ਤੇ ਤੂੰ ਹੁਣ ਇੰਜ ਕਰ, ਜਾ ਕੇ ਕੋਈ ਉਪਾਅ ਕਰ, ਆਪਣੇ ਘਰ ਚਲਾ ਜਾ ਤੇ ਜਾ ਕੇ ਕੋਈ ਉਪਾਅ ਕਰ। ਤੇ ਮੈਂ ਤੈਨੂੰ ਕਹਿਣਾ ਵੀ ਜਿਵੇਂ ਪਿੰਡ ਦੇ ਲੋਕਾਂ ਨੇ ਕਿਹਾ ਵੀ ਹੋ ਸਕਦਾ ਹੈ ਜਿਹੜਾ ਸਖੀ ਸਰਵਰੀ ਤੇਰੇ ਤੇ ਨਾਰਾਜ਼ ਨਾ ਹੋ ਗਿਆ ਹੋਵੇ, ਤੇ ਕਹਿੰਦੇ ਨਿਜ ਕਹਿ ਨਿਜ ਪੀਰ ਮਾਨੀਏ ਸੋਈ, ਜਾ ਕੇ ਕੋਈ ਉਪਾਅ ਕਰ ਤੇ ਆਪਣੇ ਉਸ ਪੀਰ ਨੂੰ ਜਾ ਕੇ ਫਿਰ ਮਨਾ, ਜੇ ਤੇਰਾ ਕਿਧਰੇ ਉਜੜਿਆ ਘਰ ਵਾਪਸ ਕਰ ਦੇਵੇ। ਪਾਤਸ਼ਾਹ ਜੀ ਨੇ ਅੱਜ ਟਣਕਾਇਆ, ਮੰਝ ਜਾ ਵਾਪਸ ਚਲਾ ਜਾ, ਕਿਉਂਕਿ ਜਿਨ੍ਹਾਂ ਦੇ ਘਰ ਉਜੜ ਜਾਣ ਉਹਨਾਂ ਨੂੰ ਕਦੀ ਸੁੱਖ ਨਹੀਂ ਮਿਲਦਾ ਹੈ। ਸੁਣ ਕੇ ਹਾਥ ਜੋਰ ਤਬ ਕਹਿਓ, ਸਤ ਨਾਮ ਧਨ ਮੈਂ ਸ਼ੁਭ ਲਹਿਓ। ਇਹ ਗੱਲ ਉਸ ਭਾਈ ਮੰਝ ਸਾਹਿਬ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਬਚਨ ਸੁਣ ਕੇ ਹੱਥ ਜੋੜ ਲਏ। ਪਾਤਸ਼ਾਹ ਮੈਂ ਤੇ ਪਹਿਲੇ ਦਿਨ ਤੋਂ ਤੁਹਾਡੇ ਦਰ ਤੋਂ ਸਤਨਾਮ ਦਾ ਧਨ ਪ੍ਰਾਪਤ ਕਰ ਲਿਆ, ਮੈਂ ਝੋਲੀ ਅੱਡੀ,
ਤੁਸਾਂ ਨੇ ਮੈਨੂੰ ਸਤਨਾਮ ਦਾ ਧਨ ਦਿੱਤਾ। ਹਾਕਮ ਲੈ ਨਾ ਚੋਰਿਓ ਜਾਏ, ਜਲ ਮਹਿ ਗਲੇ ਨਾ ਅਗਨ ਜਲਾਏ। ਪਾਤਸ਼ਾਹ ਕੌਣ ਕਹਿੰਦਾ ਮੇਰਾ ਘਰ ਉਜੜਿਆ? ਤੁਸੀਂ ਆਖਦੇ ਤੁਸੀਂ, ਤੁਹਾਡੇ ਕਹਿਣ ਵਿੱਚ ਕੋਈ ਰਮਜ ਹੈ, ਕੋਈ ਤੁਹਾਡੀ ਆਪਣੀ ਖੇਡ ਹੈ। ਪਾਤਸ਼ਾਹ ਅਸਲ ਵਿੱਚ ਤੁਸਾਂ ਨੇ ਮੈਨੂੰ ਧਨ ਹੀ ਐਸਾ ਦਿੱਤਾ ਹੈ ਜਿਹਨੂੰ ਨਾ ਤੇ ਕੋਈ ਰਾਜਾ ਉਸ ਨੂੰ ਚੁਰਾ ਸਕਦਾ ਹੈ, ਨਾ ਰਾਜਾ ਕੋਈ ਲੈ ਸਕਦਾ ਹੈ, ਨਾ ਉਹਨੂੰ ਚੋਰ ਚੁਰਾ ਸਕਦਾ ਹੈ, ਨਾ ਉਹਨੂੰ ਅੱਗ ਸਾੜ ਸਕਦੀ, ਨਾ ਉਹ ਪਾਣੀ ਵਿੱਚ ਡੁੱਬ ਸਕਦਾ ਹੈ। ਉਹ ਕਿਹੜਾ ਨਾਮ ਦਾ ਧਨ? ਬਾਣੀ ਵਿੱਚ ਬਚਨ ਆਉਂਦਾ ਨਾ, ਹੋਰ ਸਾਰੇ ਧਨ ਦਾ ਖਤਰਾ ਬਣਿਆ ਰਹਿੰਦਾ। ਬੰਦਾ 4 ਟਕੇ ਇਕੱਠੇ ਕਰ ਲਵੇ, ਉਹਨੂੰ ਬਾਦਸ਼ਾਹ ਲੋਕ ਵੀ ਟੈਕਸ ਵਗੈਰਾ ਲਗਾ ਕੇ ਲੈ ਸਕਦੇ ਨੇ, ਚੋਰ ਵੀ ਚਰਾ ਸਕਦਾ ਹੈ, ਗੁਰੂ ਕੇ ਸਵਾਰੂ ਅੱਗ ਵਿੱਚ ਵੀ ਸੜ ਸਕਦਾ ਹੈ, ਪਾਣੀ ਵਿੱਚ ਵੀ ਰੁੜ ਸਕਦਾ ਹੈ। ਪਰ ਇੱਕ ਨਾਮ ਦਾ ਧਨ ਐਸਾ ਹੈ ਜਿਹੜਾ ਗੁਰੂ ਕੇ ਸਵਾਰੂ, ਜਿਨ੍ਹਾਂ ਉੱਤੇ ਨਾ ਪਾਣੀ ਦਾ, ਨਾ ਅੱਗ ਦਾ, ਨਾ ਚੋਰ ਦਾ, ਨਾ ਹਾਕਮ ਦਾ, ਕਿਸੇ ਦਾ ਕੋਈ ਵੀ ਤਾਕਤ ਨਹੀਂ ਬਣਦੀ, ਕੋਈ ਵੀ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਅਗਨ ਨਾ ਦਹਿ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤੀ ਨਾ ਜਾਵੇ। ਕਹਿਣ ਲੱਗੇ ਬੰਦਿਆ, ਜਿਸ ਧਨ ਨੂੰ ਚੋਰ ਚੁਰਾ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੀ, ਤੂੰ ਉਸ ਧਨ ਨੂੰ ਇਕੱਠਿਆ ਕਰ ਜਿੰਨੇ ਕਿਧਰੇ ਨਹੀਂ ਜਾਣਾ, ਤੇ ਤੇਰੇ ਸਰੀਰ ਛੱਡਣ ਤੋਂ ਬਾਅਦ ਵੀ ਜਿਸ ਨਾਮ ਧਨ ਨੇ ਤੇਰੇ ਨਾਲ ਜਾਣਾ। ਇਹ ਉਸ ਧਨ ਦਾ ਜ਼ਿਕਰ ਕਰਦੇ ਨੇ। ਭਾਈ ਮੰਝ ਸਾਹਿਬ ਕਹਿਣ ਲੱਗੇ, ਪਾਤਸ਼ਾਹ ਤੁਸਾਂ ਨੇ ਬਹੁਤ ਕਿਰਪਾ ਕੀਤੀ, ਮੈਨੂੰ ਉਹ ਧਨ ਦਿੱਤਾ ਜਿਸ ਧਨ ਦੇ ਨਾਲ ਮੈਂ ਹਮੇਸ਼ਾ ਮਾਲਾ ਮਾਲ ਹਾਂ। ਬੰਟੇ ਬਹੁਤ ਨਿਖੂਟੇ ਨਾਹੀ, ਕਰਹੇ ਸਹਾਏ ਮਰਨ ਦੁਖ ਮਾਹੀ। ਕਹਿਣ ਲੱਗੇ ਮਹਾਰਾਜ, ਜਿਹੜਾ ਤੁਸੀਂ ਮੈਨੂੰ ਨਾਮ ਦਾ ਧਨ, ਸਤਨਾਮ ਦਾ ਧਨ ਦਿੱਤਾ ਹੈ ਨਾ, ਇਹਨੂੰ ਜਿੰਨਾ ਵੰਡੀਏ ਮੁੱਕਦਾ ਨਹੀਂ, ਸਗੋਂ ਵੱਧਦਾ ਹੀ। ਇਹਦੀ ਖਾਸੀਅਤ ਇਹ ਹੈ। ਹੋਰ ਹਰ ਧਨ ਜਿਹੜੇ ਨੇ, ਸਿਆਣੇ ਕਹਿੰਦੇ ਨੇ ਖੂਹ ਵੀ ਭਰੇ ਖਾਲੀ ਹੋ ਜਾਂਦੇ ਨੇ, ਪਰ ਨਾਮ ਦਾ ਧਨ ਐਸਾ ਜਿੰਨਾ ਵੰਡੀਏ ਉਹਨਾਂ ਮੁੱਕਦਾ ਨਹੀਂ, ਸਗੋਂ ਵੱਧਦਾ ਹੈ। ਗੁਰੂ ਸਾਹਿਬ ਜੀ ਨੇ ਤਾਂ ਹੀ ਉਪਦੇਸ਼ ਦਿੱਤਾ ਹੈ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾ। ਕਹਿੰਦੇ ਰਲ ਮਿਲ ਕੇ ਖਾਓ, ਖਰਚੋ, ਇਹ ਧਨ ਦੀ ਕਦੀ ਤੋਟ ਨਹੀਂ ਆਵੇਗੀ, ਇਹ ਵੱਧਦਾ ਜਾਏਗਾ। ਸਾਹਿਬ ਦੇ ਬਚਨ ਕੀਤਾ ਨਾ, ਇਸ ਧਨੇ ਕਾ ਟੋਟਾ ਕਦੇ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਏ। ਇਸ ਧਨ ਦਾ ਕਦੀ ਟੋਟਾ ਨਹੀਂ ਆਉਂਦਾ। ਕਹਿ ਲਗੇ ਪਾਤਸ਼ਾਹ ਤੁਸਾਂ ਮੈਨੂੰ ਕਿਰਪਾ ਕੀਤੀ ਵੀ ਇਹ ਧਨ ਦਿੱਤਾ, ਵੰਡਿਆਂ ਵੱਧਦਾ ਘਟਦਾ ਨਹੀਂ। ਦੂਸਰੀ ਇਹਦੀ ਖਾਸੀਅਤ ਇਹ ਹੈ, ਕਰੇ ਸਹਾਏ, ਇਹ ਸਹਾਇਤਾ ਕਰਦਾ। ਕਦੋਂ? ਮਰਨ ਦੁੱਖ ਮਾਹੀ, ਜਦੋਂ ਬੰਦਾ ਮਰ ਜਾਂਦਾ ਉਦੋਂ ਸਰੀਰ ਵੀ ਇੱਥੇ ਰਹਿ ਗਿਆ, ਜੋ ਇਸ ਸਰੀਰ ਨਾਲ ਕਮਾਇਆ ਉਹ ਵੀ ਇੱਥੇ ਰਹਿ ਗਿਆ। ਮਹਿਲ ਮਾੜੀਆਂ, ਕੋਠੀਆਂ, ਕਾਰਾਂ, ਜਾਇਦਾਦਾਂ, ਸਭ ਕੁਝ ਇੱਥੇ ਰਹਿ ਗਿਆ। ਤੇ ਜਿਸ ਸਰੀਰ ਇਸ ਨਾਲ ਜੇ ਨਾਮ ਜਪਿਆ ਤੇ ਉਹ ਨਾਮ ਫਿਰ ਅੱਗੇ ਨਾਲ ਗਿਆ। ਇਸ ਧਨ ਦੀ ਪਾਤਸ਼ਾਹ ਜੀ ਇਹ ਖਾਸੀਅਤ ਹੈ, ਤੁਸਾਂ ਨੇ ਕਿਰਪਾ ਕੀਤੀ ਵੀ ਮੈਨੂੰ ਤੁਸਾਂ ਨੇ ਉਹ ਧਨ ਦਿੱਤਾ ਹੈ। ਸੋ ਮੈਂ ਨਿਸ ਦਿਨ ਹਿਰਦੈ ਸੰਭਾਰੋ, ਪਛਤਾਵੋ ਬੈ ਬਹੁਤ ਵਿਸਾਰੋ। ਕਹਿ ਲਗੇ ਮਹਾਰਾਜ ਜੀਓ, ਮੈਂ ਇਸ ਨਾਮ ਨੂੰ ਤੁਹਾਡੀ ਕਿਰਪਾ ਸਦਕਾ ਹਿਰਦੇ ਵਿੱਚ ਸੰਭਾਲਿਆ ਹੋਇਆ, ਹਿਰਦੇ ਵਿੱਚ ਸੰਭਾਲਿਆ ਹੋਇਆ। ਮੈਂ ਕਦੀ ਪਛਤਾਉਂਦਾ ਨਹੀਂ ਕਿ ਜੇ ਮੇਰਾ ਘਰ ਉਜੜਿਆ। ਪਛਤਾਉਂਦਾ ਇਸ ਗੱਲੇ ਆ ਬਈ ਮਨਾ ਇੰਨਾ ਚਿਰ ਤੱਕ ਇਸ ਨਾਮ ਤੋਂ ਬਿਨਾਂ ਤੂੰ ਜ਼ਿੰਦਗੀ ਕੱਟ ਕਿਵੇਂ ਲਈ? ਜਿਹੜੇ ਸਵਾਸ ਤੇਰੇ ਇਹਦੇ ਨਾਮ ਤੋਂ ਬਿਨਾਂ ਨਿਕਲ ਗਏ, ਉਹ ਕਿਉਂ ਨਿਕਲ ਗਏ? ਇੰਨਾ ਆਨੰਦ ਇਸ ਨਾਮ ਵਿੱਚ, ਇੰਨਾ ਰਸ ਇਸ ਧਨ ਵਿੱਚ, ਤੇ ਤੂੰ ਇੰਨਾ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਦਾ ਜਿਹੜਾ ਵਕਤ ਹੈ,
ਪਾਤਸ਼ਾਹ ਮੈਂ ਉਸ ਵਕਤ ਤੇ ਪਛਤਾਨਾ ਵੀ ਮੈਂ ਪਹਿਲਾਂ ਕਿਉਂ ਨਾ ਤੁਹਾਡੇ ਚਰਨਾਂ ਵਿੱਚ ਆ ਗਿਆ, ਮੈਨੂੰ ਪਹਿਲਾਂ ਕਿਉਂ ਨਾ ਤੁਸਾਂ ਨੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦਿੱਤੀ। ਇਮ ਕਹਿ ਬੰਧਨ ਕਰ ਤਬ ਗਇਓ, ਸੇਵਾ ਵਿਖੈ ਜਾਏ ਮਨ ਦਇਓ। ਸਤਿਗੁਰੂ ਜੀ ਮੁਸਕਰਾਏ। ਭਾਈ ਮੰਝ ਸਾਹਿਬ ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੂੰ ਬੰਦਨਾ ਕੀਤੇ, ਨਮਸਕਾਰ ਕੀਤੇ ਤੇ ਨਮਸਕਾਰ ਕਰਕੇ ਜਾ ਕੇ ਸੇਵਾ ਕਰਨ ਲੱਗ ਪਏ। ਸੇਵਾ ਵਿੱਚ ਆਪਣਾ ਮਨ ਲਾ ਦਿੱਤਾ, ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ। ਕਾਸ਼ਟ ਸ਼ੁਸ਼ਕ ਭਾਰ ਕੋ ਲਿਆਵੈ, ਸਭ ਲੰਗਰ ਕੀ ਕਾਰ ਚਲਾਵੈ। ਕਹਿੰਦੇ ਭਾਈ ਮੰਝ ਰੋਜ਼ ਸੁੱਕੇ ਬਾਲਣ ਦੀ ਗੰਢ ਭਰ ਕੇ ਲਿਆਉਂਦਾ, ਪੰਡ ਬੰਨ ਕੇ ਲਿਆਉਂਦਾ ਤੇ ਲਿਆ ਕੇ ਲੰਗਰ ਦੀ ਕਾਰ ਵਿੱਚ ਸੇਵਾ ਵਿੱਚ ਪਾ ਦਿੰਦਾ ਹੈ। ਇੱਕ ਦਿਨ ਬਹਿਰ ਗਇਓ ਹਿਤਦਾਰ, ਬੀਨ ਬੀਨ ਕਰ ਬੰਦਿਓ ਭਾਰ। ਇੱਕ ਦਿਨ ਭਾਈ ਮੰਝ ਕਹਿੰਦੇ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਬਾਹਰ ਗਿਆ, ਬੜੇ ਪਿਆਰ ਦੇ ਨਾਲ, ਕਿਉਂਕਿ ਕੱਲੀ ਸੇਵਾ ਹੀ ਨਹੀਂ ਕਰਦਾ, ਅੰਦਰ ਸਿਮਰਨ ਨਾਲ ਵੀ ਜੁੜਿਆ, ਦੋਵੇਂ ਕੰਮ ਇਕੱਠਾ ਕਰਦਾ ਹੈ। ਇਹ ਦੋਵੇਂ ਸੇਵਾ ਤੇ ਸਿਮਰਨ ਦੋਵੇਂ ਖੰਭ ਨੇ ਜਿਨ੍ਹਾਂ ਦੇ ਸਹਾਰੇ ਤੇ ਜੀਵ ਪੰਛੀ ਪਰਮੇਸ਼ਵਰ ਦੇ ਚਰਨਾਂ ਵਿੱਚ ਪਹੁੰਚਦਾ ਹੈ। ਗੁਰੂ ਨੇ ਸਾਨੂੰ ਇਹ ਕਿਰਪਾ ਕਰਕੇ ਦੋਵੇਂ ਦਾਤਾਂ ਦਿੱਤੀਆਂ, ਆਖਿਆ ਸੇਵਾ ਵੀ ਕਰੀ ਤੇ ਸਿਮਰਨ ਵੀ ਕਰੀ। ਜੇ ਕੱਲਾ ਸਿਮਰਨ ਕਰੀਏ ਬਹੁਤ ਚੰਗੀ ਗੱਲ, ਬਾਣੀ ਪੜ੍ਹੀਏ, ਪਰ ਕਹਿੰਦੇ ਨੇ ਨਿਮਰਤਾ ਤੇਰੇ ਵਿੱਚ ਬਣੀ ਰਹਿ, ਨਿਮਰਤਾ ਨਾਲ ਕਿਰਪਾ ਟਿਕਣੀ ਹੈ, ਇਸ ਕਰਕੇ ਸੇਵਾ ਕਰਨੀ ਵੀ ਜ਼ਰੂਰੀ ਹੈ। ਇੱਥੇ ਰਾਜਾ ਰੰਕ ਦੀ ਕੋਈ ਵੀ ਊਚ ਨੀਚ ਵਾਲੀ ਗੱਲ ਨਹੀਂ। ਇੱਥੇ ਰਾਜਾ ਵੀ ਆ ਕੇ ਆਪਣੇ ਭਲੇ ਲਈ ਸੇਵਾ ਕਰੇ, ਰੰਕ ਵੀ ਆਪਣੇ ਭਲੇ ਵਾਸਤੇ ਸੇਵਾ ਕਰੇ। ਸਤਿਗੁਰੂ ਕਹਿੰਦੇ ਨੇ ਇਹ ਰੱਬ ਦਾ ਰਸਤਾ ਹੈ, ਇਹ ਮਾਰਗ ਹੈ ਮਾਲਕ ਦੇ ਦਰ ਦਾ। ਭਾਈ ਮੰਝ ਦਿਨ ਰਾਤ ਸੇਵਾ ਕਰਦਾ ਤੇ ਇੱਕ ਦਿਨ ਅੱਜ ਬਾਹਰ ਗਿਆ, ਬੀਨ ਬੀਨ ਕਰ ਉਹਨੇ ਚੁੱਕ ਚੁੱਕ ਕੇ ਨਾ ਸੁੱਕੀਆਂ ਲੱਕੜਾਂ ਇੱਕ ਇੱਕ ਜੰਗਲ ਵਿੱਚੋਂ ਚੁੱਕਦਾ, ਲੱਕੜਾਂ ਚੁੱਕ ਕੇ ਤੇ ਉਹਨੇ ਇੱਕ ਪੰਡ ਬੰਨ ਲਏ। ਨਹਿ ਪਹੁੰਚਿਓ ਉਠਵਾਵਣ ਵਾਰੋ, ਘਟੀ ਚਾਰ ਵਧ ਲਗੀ ਅਵਾਰੋ। ਕਹਿ ਲੱਗੇ ਉਹਨੇ ਲੱਕੜਾਂ ਦੀ ਪੰਡ ਬੰਨ ਲਈ, ਕੋਈ ਚੁਕਾਉਣ ਵਾਲਾ ਉੱਥੇ ਕੋਈ ਮਿਲਿਆ ਨਹੀਂ, ਇਸ ਕਰਕੇ 4 ਘੜੀਆਂ ਦੇਰੀ ਹੋ ਗਈ, ਕਿਉਂਕਿ ਪੰਡ ਭਾਰੀ ਸੀ, ਚੁਕਾਉਣ ਵਾਲਾ ਕੋਈ ਨੇੜੇ ਹੈ ਨਹੀਂ। ਭਾਈ ਮੰਝ ਨੂੰ ਇਸ ਤਰ੍ਹਾਂ ਸਮਾਂ ਲੱਗ ਗਿਆ। ਧਰ ਸਿਰ ਪਰ ਜਬ ਪੁਰ ਕੋ ਗਮਨਾ, ਉੱਠੀ ਅੰਧੇਰੀ ਭੀਖਣ ਪਵਨਾ। ਇਹਨੇ ਚਿਰ ਨੂੰ ਕਿਸੇ ਢੰਗ ਨਾਲ ਪੰਡ ਉਹਨੇ ਆਪਣੇ ਸਿਰ ਤੇ ਗੁਰੂ ਸਵਾਰਿਓ ਰੱਖੀ, ਤੇ ਜਦੋਂ ਪੰਡ ਸਿਰ ਤੇ ਰੱਖ ਕੇ ਨਗਰੀ ਵੱਲ ਆਇਆ, ਇੱਕੋ ਦਮ ਅੰਧੇਰੀ ਉੱਠੀ, ਬੜੀ ਭਿਆਨਕ ਹਵਾ ਜਿਹੜੀ ਸੀ ਚੱਲੇ। ਕੰਕਰ ਸਿਕਤਾ ਖੈਂਚਤ ਬਹਿਓ, ਅੰਧਕਾਰ ਕਛ ਜਾਏ ਨਾ ਲਹਿਓ। ਕਹਿ ਲਗੇ ਉਸ ਅੰਧੇਰੀ ਦੇ ਵਿੱਚ ਕੰਕਰ, ਰੇਤ, ਰੋੜੇ ਆਦਿਕ ਉੱਡ ਉੱਡ ਕੇ ਜਿਹੜੇ ਨੇ ਜਾਣ ਲੱਗੇ। 4 ਸਫੇਰੇ ਅੰਧੇਰਾ ਛਾ ਗਿਆ, ਕਿਧਰੇ ਵੀ ਕੋਈ ਪਾਸਾ ਨਜ਼ਰ ਨਹੀਂ ਆ ਰਿਹਾ, ਰਸਤਾ ਨਜ਼ਰ ਨਹੀਂ ਆ ਰਿਹਾ ਹੈ। ਸਨਮੁਖ ਪੌਣ ਹਟਾਏ ਪਿਛਾਰੀ, ਭਾਰ ਸਮਾਰਤ ਗਮਹੇ ਅਗਾਰੀ। ਕਹਿੰਦੇ ਨੇ ਭਾਈ ਮੰਝ ਨੂੰ ਅੱਗੋਂ ਹਵਾ ਜਿਹੜੀ ਹੈ ਉਹ ਪੈਂਦੀ ਹੈ ਤੇ ਸਾਹਮਣੇ ਹਵਾ ਪਿੱਛੇ ਨੂੰ ਹਟਾਉਂਦੀ ਹੈ, ਪਰ ਭਾਈ ਮੰਝ ਜ਼ੋਰ ਲਾ ਕੇ ਗੁਰੂ ਕੇ ਸਵਾਰਿਓ ਆਪਣੀ ਪੰਡ ਨੂੰ ਸੰਭਾਲ ਕੇ ਅੱਗੇ ਨੂੰ ਚੱਲਦਾ ਹੈ, ਔਰ ਹਵਾ ਦਾ ਵੇਗ ਭਾਈ ਮੰਝ ਨੂੰ ਪਿੱਛੇ ਨੂੰ ਧੱਕਦਾ ਹੈ। ਉੱਠੀ ਧੂਰਾ ਆਖਣ ਮਹਿ ਛਾਈ, ਚਲ ਤੋ ਨਹਿ ਕਛ ਪਰਹੇ ਦਿਸਾਈ। ਗੁਰੂ ਕੇ ਸਵਾਰਿਓ ਕਹਿੰਦੇ ਇਸੇ ਤਰ੍ਹਾਂ ਧੂੜ ਉੱਠੀ ਤੇ ਉੱਠੀ ਹੋਈ ਧੂੜ ਭਾਈ ਮੰਝ ਸਾਹਿਬ ਦੀਆਂ ਅੱਖਾਂ ਵਿੱਚ ਪੈ ਗਈ। ਚਲਤਿਓ ਨਹਿ ਕਛ ਪਰਹੇ ਦਿਸਾਈ, ਉਹ ਤੁਰਦੇ ਤਾਂ ਹਨ ਪਰ ਗੁਰੂ ਕੇ ਸਵਾਰਿਓ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ, ਦਿਸ਼ਾ ਨਹੀਂ ਲੱਭਦੀ ਵੀ ਕਿੱਧਰ ਨੂੰ ਜਾਣਾ ਹੈ। ਆਏ ਪੰਥ ਪਾਵੇ ਥਿਪ ਜਾਹੇ, ਚਲਿਓ ਜਾਏ ਬੜ ਸੰਕਟ ਮਾਹੇ। ਗੁਰੂ ਕੇ ਸਵਾਰੋ ਰਸਤੇ ਵਿੱਚ ਪੈਰ ਧਰਦਾ ਪਰ ਉਹਦਾ ਪੈਰ ਥਿੜਕ ਜਾਂਦਾ, ਕਿਉਂਕਿ ਹਵਾ ਦਾ ਬੜਾ ਤਗੜਾ ਵੇਗ ਹੈ।
ਪੈਗ ਪੈਰ ਭਾਈ ਮੰਝ ਸਾਹਿਬ ਦਾ ਥਿੜਕ ਜਾਂਦਾ ਹੈ, ਬੜੀ ਮੁਸ਼ਕਲ ਨਾਲ ਫਿਰ ਚੱਲਦਾ ਹੈ। ਇਸ ਤਰ੍ਹਾਂ ਸੰਕਟ ਪਾ ਕੇ ਬੜੀ ਮੁਸ਼ਕਲ ਨਾਲ ਇਹ ਸਫ਼ਰ ਨੂੰ ਤੈਅ ਕਰਦਾ ਹੈ। ਉਹ ਤੋ ਕੂਪਾ ਥੋਰੋ ਜਹ ਪਾਨੀ, ਭਇਓ ਤੇ ਮਰ ਕਛ ਪਰਹੇ ਨਾ ਜਾਣੀ। ਕਹਿਣ ਲੱਗੇ ਅੱਗੇ ਇੱਕ ਖੂਹ ਸੀ, ਉਸ ਖੂਹ ਵਿੱਚ ਥੋੜਾ ਪਾਣੀ ਸੀ, ਬਹੁਤਾ ਨਹੀਂ ਸੀ ਭਰਿਆ, ਥੋੜਾ ਉਹਦੇ ਵਿੱਚ ਪਾਣੀ ਸੀ। ਭਇਓ ਤਿਮਰ, ਅੰਧੇਰਾ ਹਨੇਰੀ ਨਾਲ ਹੋ ਚੁੱਕਾ ਸੀ, ਕੁਝ ਪਰੇ ਨਾ ਜਾਣੀ, ਚਾਰ ਸਫੇਰੇ ਕੁਝ ਨਜ਼ਰ ਨਹੀਂ ਸੀ ਆਉਂਦਾ ਵੀ ਰਸਤਾ ਕਿਹੜਾ ਹੈ। ਗਿਰਿਓ ਮਾਂਜਾ ਤਿਸਕੇ ਵਿੱਚ ਜਾਏ, ਸਿਰ ਪਰ ਸ਼ੁਸ਼ਕਾ ਕਾਠ ਸਮੁਦਾਏ। ਭਾਈ ਮੰਝ ਸਾਹਿਬ ਕਹਿੰਦੇ ਉਸ ਖੂਹ ਵਿੱਚ ਜਾ ਕੇ ਡਿੱਗ ਪਏ। ਜਦੋਂ ਉਸ ਖੂਹ ਵਿੱਚ ਡਿੱਗੇ ਤੇ ਸੁੱਕੇ ਭਾਰ ਦੀ ਬਾਲਣ ਦੀ ਪੰਡ ਭਾਈ ਮੰਝ ਦੇ ਸਿਰ ਉੱਪਰ ਹੈ। ਭਾਰ ਸੰਭਾਰੋ ਸਿਰ ਪਰ ਰੱਖਿਓ, ਭੀਜ ਨਾ ਜਾਏ ਨੀਰ ਤੇ ਲਖਿਓ। ਭਾਈ ਮੰਝ ਸਾਹਿਬ ਨੇ ਭਾਰ ਨੂੰ ਸੰਭਾਲਿਆ, ਉਸ ਪੰਡ ਨੂੰ ਸੰਭਾਲ ਕੇ ਰੱਖਿਆ ਤੇ ਮਨ ਵਿੱਚ ਇਹ ਸੋਚਦੇ ਨੇ ਕਿਧਰੇ ਇਹ ਪੰਡ ਭਿੱਜ ਨਾ ਜਾਏ, ਇਹ ਬਾਲਣ ਭਿੱਜ ਨਾ ਜਾਏ, ਪਾਣੀ ਤੋਂ ਇਹਨੂੰ ਉੱਚਾ ਰੱਖਣਾ ਚਾਹੀਦਾ, ਕਿਉਂਕਿ ਇਸ ਬਾਲਣ ਨੇ ਗੁਰੂ ਕੇ ਲੰਗਰ ਵਿੱਚ ਪੈਣਾ। ਦੇਖੋ ਗੁਰੂ ਕੇ ਸਵਾਰੋ, ਅੱਤ ਦੀ ਮੁਸ਼ਕਲ ਵਿੱਚ ਹੈ ਤੇ ਚਿੰਤਾ ਕਾਦੀ ਹੈ? ਸੇਵਾ ਦੀ। ਚਿੰਤਾ ਕੇਵਲ ਧਿਆਨ ਸੇਵਾ ਵਿੱਚ ਹੈ ਤੇ ਸੇਵਾ ਦੀ ਚਿੰਤਾ ਇਸ ਕਰਕੇ ਕਹਿੰਦੇ ਨੇ ਮਨਾ, ਜੇ ਤੈਨੂੰ ਕਿਰਪਾ ਮਿਲਣੀ ਹੈ ਗੁਰੂ ਸਾਹਿਬ ਦੀ ਤੇ ਇਸ ਸੇਵਾ ਰਾਹੀਂ ਮਿਲਣੀ ਹੈ। ਜੇ ਇਸ ਜੀਵਨ ਨੇ ਸਫਲ ਹੋਣਾ ਤੇ ਇਸ ਸੇਵਾ ਰਾਹੀਂ ਹੋਣਾ ਹੈ। ਅਟਕੇ ਲੰਗਰਾ ਈਂਧਨ ਬਿਨਾ, ਮੋਕੋ ਦੋਸ਼ ਹੋਏ ਹੈ ਘਣਾ। ਭਾਈ ਮੰਝ ਸਾਹਿਬ ਸੋਚਦੇ ਨੇ ਵੀ ਜੇ ਕਿਤੇ ਬਾਲਣ ਦੀ ਪੰਡ ਭਿੱਜ ਗਈ, ਲੰਗਰ ਵਿੱਚ ਨਾ ਪਈ ਤੇ ਲੰਗਰ ਅਟਕ ਜਾਏਗਾ, ਪਕਾਉਣ ਤੋਂ ਥੋੜੀ ਜੀ ਦੇਰੀ ਹੋ ਜਾਏਗੀ ਤੇ ਮਨਾ ਇਹ ਦੋਸ਼ ਲੰਗਰ ਦੇਰੀ ਨਾਲ ਪੱਕੇ, ਇਹ ਦੋਸ਼ ਤੇਰੇ ਸਿਰ ਤੇ ਲੱਗੇਗਾ। ਤੂੰ ਸੇਵਾ ਵਿੱਚ ਵਿਸਲਾ ਹੋਏ। ਸੇਵਾਦਾਰ ਦਾ ਇਹ ਗੁਣ ਨਹੀਂ। ਸੇਵਾਦਾਰ ਤਾਂ ਆਪਣੇ ਮੁਰਸ਼ਿਦ ਨੇ ਇੰਨਾ ਸਾਵਧਾਨ ਹੈ। ਅਸੀਂ ਬਚਨ ਸਾਹਿਬ ਦੇ ਪੜ੍ਹਦੇ ਆ ਨਾ, ਉਹ ਕਹਿੰਦੇ ਨੇ ਸੇਵਾਦਾਰ ਕੀ ਹੋ ਜਾਏ, ਉਹ ਇੰਨਾ ਸਾਵਧਾਨ ਹੈ। ਪਾਤਸ਼ਾਹ ਕਹਿੰਦੇ ਨੇ, ਉਹ ਤਾਂ ਕਹਿੰਦੇ ਪੀਏ ਤਾਂ ਪਾਣੀ ਆਣੀ ਮੀਰਾ, ਮਾਲਕਾ ਜੇ ਤੂੰ ਪਾਣੀ ਪੀਵੇਂ ਤੇ ਮੈਂ ਲਿਆਵਾਂ, ਖਾਏ ਤਾਂ ਪੀਸਣ ਜਾਉਂ, ਜੇ ਤੂੰ ਛਕਣਾ ਚਾਹੇ ਤੇ ਮੈਂ ਪੀਣ ਲਈ ਜਾਵਾਂ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਮ। ਏਡਾ ਸਾਵਧਾਨ ਹੈ ਸੇਵਕ। ਉਹ ਆਪਣੇ ਲਈ ਕਦੀ ਅਵੇਸਲਾ, ਗੁਰੂ ਲਈ ਕਦੀ ਅਵੇਸਨਾ ਨਹੀਂ, ਸਾਵਧਾਨ ਹੋ ਕੇ ਕਿ ਗੁਰੂ ਦੀ ਸੇਵਾ ਵਿੱਚ ਕਿਧਰੇ ਕੋਈ ਕਮੀ ਨਾ ਰਹੇ। ਤੇ ਭਾਈ ਮੰਝ ਸਾਹਿਬ ਕਿੰਨਾ ਬਰੀਕ ਸੋਚਦੇ ਨੇ, ਉਹ ਮਨਾ ਤੇਰੇ ਕਰਕੇ ਗੁਰੂ ਦੇ ਲੰਗਰ ਵਿੱਚ ਕੋਈ ਰੁਕਾਵਟ ਪਵੇ, ਇਹਦਾ ਦੋਸ਼ ਕਿਹਦੇ ਸਿਰ ਤੇ ਹੋਵੇ? ਇਹ ਵੀ ਦੋਸ਼ ਤੇਰੇ ਸਿਰ ਤੇ ਲੱਗੇਗਾ। ਕਰੋ ਕੂਪ ਮਹਿ ਬਾਰ ਮਝਾਰ, ਸਿਮਰਹਿ ਕਿਮ ਹੋਏ ਗੁਰਨ ਆਹਾਰ। ਗੁਰੂ ਕੇ ਸਵਾਰ ਇਸ ਤਰ੍ਹਾਂ ਪਾਣੀ ਦੇ ਵਿੱਚ ਭਾਈ ਮੰਝ ਖੂਹ ਵਿੱਚ ਖਲੋਤਾ ਹੋਇਆ ਤੇ ਯਾਦ ਕਰਦਾ ਵੀ ਗੁਰੂ ਸਾਹਿਬ ਜੀ ਦੇ ਲੰਗਰ ਕਿਵੇਂ ਤਿਆਰ ਹੋਏਗਾ। ਇਸ ਤਰ੍ਹਾਂ ਸੋਚਦਾ ਹੈ, ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਹੈ, ਖੂਹ ਵਿੱਚ ਖਲੋਤਾ ਹੋਇਆ ਹੈ। ਪ੍ਰੇਮ ਰੰਗ ਇੱਕ ਘੂਮਤ ਗੁਰ ਕੈ, ਲੋਕ ਲਾਜ ਕੁਲ ਕਾਨ ਨਿਵਰ ਕੈ। ਕੇਵਲ ਪ੍ਰੇਮ ਦੇ ਰੰਗ ਵਿੱਚ, ਗੁਰੂ ਦੇ ਪ੍ਰੇਮ ਰੰਗ ਵਿੱਚ ਭਾਈ ਮੰਝ ਭਿੱਜਿਆ ਹੋਇਆ। ਦਿਲ ਦਿਮਾਗ ਵਿੱਚ ਕੇਵਲ ਪ੍ਰੇਮ ਹੀ ਹੈ ਗੁਰੂ ਦਾ। ਲੋਕ ਲਾਜ ਸਭ ਛੱਡ ਦਿੱਤੇ। ਕੀ ਕਹਿੰਦੇ ਨੇ ਲੋਕ? ਸਭ ਤਿਆਗ ਦਿੱਤੇ। ਪਾਤਸ਼ਾਹ ਜੀ ਬਚਨ ਕਹਿੰਦੇ ਨੇ ਨਾ, ਕਹਿਣ ਲੱਗੇ ਆ ਵੱਡਾਪਨ ਜਿਹੜਾ ਹੈ ਇਹਨੂੰ ਅੱਗ ਵਿੱਚ ਛਾੜ ਦੇਂ, ਜੇ ਇਹਦੇ ਕਰਕੇ ਤੂੰ ਰੱਬ ਦੀ ਗੁਰੂ ਦੀ ਕਿਰਪਾ ਤੋਂ ਵੀ ਹੋਣਾ ਰਹਿਣਾ। ਉਹ ਕਹਿੰਦੇ ਜਲ ਜਾਇਓ ਇਹ ਵੱਡਪਨਾ ਮਾਇਆ ਲਪਟਾਏ। ਇਸ ਵੱਡੇਪਨ ਨੂੰ ਕੀ ਕਰਨਾ ਜਿਹੜਾ ਮੈਨੂੰ ਗੁਰੂ ਤੋਂ ਤੋੜ ਦੇਵੇ, ਮਾਇਆ ਨਾਲ ਲਵਰੇਜ ਕਰ ਦੇਵੇ, ਮਾਇਆ ਵਿੱਚ ਲੀਨ ਕਰ ਦੇਵੇ। ਭਾਈ ਮੰਝ ਬਸ ਪ੍ਰੇਮ ਰੰਗ ਵਿੱਚ ਭਿੱਜਿਆ।
ਲੋਕ ਲਾਜ ਸਾਰੀ ਛੱਡ ਦਿੱਤੇ, ਕਿਸੇ ਦੀ ਕੋਈ ਪਰਵਾਹ ਨਹੀਂ। ਬਸ ਇੱਕੋ ਹੀ ਹੈ ਕਿ ਮਾਲਕ ਦੀ ਕਿਰਪਾ ਦਾ ਪਾਤਰ ਬਣ ਜਾ। ਧਨ ਤ੍ਰੀ ਤਨੁਜਾ ਸੁਤ ਕੋ ਤਿਆਗ, ਰਾਖਿਓ ਦ੍ਰਿੜ ਕਰ ਗੁਰ ਅਨੁਰਾਗ। ਕਹਿ ਲਗੇ ਭਾਈ ਮੰਝ ਸਾਹਿਬ ਨੇ ਆਪਣਾ ਧਨ ਤਿਆਗ ਦਿੱਤਾ, ਔਰਤ ਨੂੰ ਛੱਡ ਆਏ, ਪੁੱਤਰੀ ਪੁੱਤਰ ਸਭ ਕੁਝ ਤਿਆਗਿਆ। ਬਸ ਇੱਕੋ ਰਾਖਿਓ ਦ੍ਰਿੜ ਹਿਰਦੇ ਵਿੱਚ ਰੱਖ ਲਿਆ, ਗੁਰੂ ਦਾ ਪਿਆਰ, ਗੁਰੂ ਦਾ ਵੈਰਾਗ, ਕਿ ਮੈਨੂੰ ਕੇਵਲ ਗੁਰੂ ਨਾਲ ਹੀ ਸਾਰਾ ਕੁਝ, ਗੁਰੂ ਦੀ ਕਿਰਪਾ ਚਾਹੀਦੀ ਹੈ। ਭੋਜਨ ਅਲਪ ਅੰਗ ਦੁਰਬਲ ਹੈ, ਗੋਰ ਪਗ ਪ੍ਰੇਮ ਧਰਿਓ ਵੱਡ ਬਲ ਹੈ। ਕਹਿੰਦੇ ਨੇ ਭਾਈ ਮੰਝ ਸਾਹਿਬ ਜੀ ਭੋਜਨ ਥੋੜਾ ਖਾਂਦੇ ਨੇ, ਅੰਗ ਅੱਤ ਦੇ ਸਰੀਰ ਦੇ ਦੁਰਬਲ ਹੋ ਚੁੱਕੇ ਨੇ, ਗੁਰੂ ਦਾ ਪ੍ਰੇਮ ਹਿਰਦੇ ਵਿੱਚ ਬਹੁਤ ਜ਼ਿਆਦਾ ਉਛਾਲੇ ਮਾਰ ਰਿਹਾ ਹੈ। ਹਰੀ ਪ੍ਰੇਮ ਨ ਖੈਂਚ ਵਿਸਾਲ, ਰਹਿਓ ਨਾ ਗਇਓ ਗੁਰੂ ਤਤਕਾਲ। ਇੰਨਾ ਪ੍ਰੇਮ ਹਿਰਦੇ ਵਿੱਚ ਵੇਖਿਆ, ਇੰਨਾ ਪ੍ਰੇਮ ਦਾ ਉਛਾਲਾ ਹਿਰਦੇ ਵਿੱਚ ਆਇਆ ਕਿ ਗੁਰੂ ਕੇ ਸਵਾਰਿਓ ਪ੍ਰੇਮ ਦੇ ਮਾਲਕ ਨੂੰ ਭਾਈ ਮੰਝ ਦੀਆਂ ਅੰਦਰਲੀਆਂ ਤਾਰਾਂ ਪਹੁੰਚ ਗਈਆਂ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਰਹਿਓ ਨਾ ਗਇਓ ਗੁਰੂ ਤਤਕਾਲ ਸਤਿਗੁਰੂ ਜੀ ਤੋਂ ਰਿਹਾ ਨਾ ਗਿਆ। ਕਹਿ ਲਗੇ ਸਿੱਖ ਖੂਹ ਵਿੱਚ ਖਲੋਤਾ, ਇਹਨੇ ਪ੍ਰੇਮ ਨਾਲ, ਇਹਨੇ ਪਿਆਰ ਨਾਲ ਯਾਦ ਪਿਆ ਕਰਦਾ, ਇਸ ਢੰਗ ਦੇ ਨਾਲ ਯਾਦ ਪਿਆ ਕਰਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸੰਕਟ ਜਾਨ ਸਿੱਖ ਕਹੋ ਹੋਵਾ, ਕੂਪ ਬਾਰ ਸਿਰ ਭਾਰ ਖਰੋਵਾ। ਸਤਿਗੁਰੂ ਜੀ ਨੇ ਵੇਖਿਆ ਵੀ ਸਿੱਖ ਦੇ ਉੱਪਰ ਸੰਕਟ ਹੈ, ਖੂਹ ਵਿੱਚ ਭਾਰ ਸਮੇਤ ਖਲੋਤਾ ਹੋਇਆ ਹੈ। ਬੀਤੇ ਇਸਨੇ ਜਾਮਨੀ ਸਾਰੀ, ਖਰੋ ਰਹੇ ਨੇ ਭਾਰ ਉਤਾਰੀ। ਕਹਿਣ ਲੱਗੇ ਇਹਨੇ ਸਾਰੀ ਰਾਤ ਬੀਤ ਗਈ ਹੈ ਖਲੋਤਿਆਂ ਇਸ ਨੂੰ, ਇਹਨੇ ਭਾਰ ਸਿਰ ਤੋਂ ਉਤਾਰਿਆ ਨਹੀਂ, ਇਹਨੇ ਭਾਰ ਨਹੀਂ ਉਤਾਰਿਆ ਤੇ ਐਸੇ ਪ੍ਰੇਮ ਨਾਲ ਯਾਦ ਕਰਦਾ ਹੈ। ਗੁਰੂ ਕੇ ਸਵਾਰਿਓ ਇਸ ਸਾਰੇ ਉਹਦੇ ਪ੍ਰੇਮ ਨੂੰ ਵੇਖ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕੀ ਉਹਦੇ ਤੇ ਕਿਰਪਾ ਕਰਦੇ ਨੇ। ਐਦੂ ਅੱਗੇ ਪ੍ਰਸੰਗ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਅੱਜ ਸਮਾਂ ਹੋ ਗਿਆ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਿਹਰ ਕਰਨ। ਇਸ ਪ੍ਰਸੰਗ ਤੋਂ ਇਹੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਗੁਰੂ ਕੀ ਸਿੱਖੀ ਕਮਾਉਣ ਵਾਸਤੇ ਦ੍ਰਿੜਤਾ ਚਾਹੀਦੀ, ਵਿਸ਼ਵਾਸ ਚਾਹੀਦਾ, ਬਸ ਨਿਸ਼ਾਨਾ ਇਹੀ ਚਾਹੀਦਾ ਵੀ ਸਤਿਗੁਰੂ ਤੇਰੇ ਚਰਨਾਂ ਦਾ ਪਿਆਰ ਮਿਲ ਜਾਏ। ਦੁਨਿਆਵੀ ਚੀਜ਼ਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਤਾਂ ਅੱਜ ਹਨ ਕੱਲ ਨਹੀਂ ਹੋਣਗੀਆਂ। ਗੁਰੂ ਦੀ ਸਿੱਖੀ ਵਾਸਤੇ ਦ੍ਰਿੜਤਾ ਦਾ ਇਹ ਉਪਦੇਸ਼ ਦਿੰਦਾ ਇਹ ਪ੍ਰਸੰਗ। ਕੱਲ ਦੀ ਨੂੰ ਫਿਰ ਸਤਿਗੁਰੂ ਕੀ ਮਿਹਰ ਕਰਨਗੇ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਲੈਣ। ਪਿਆਰ ਸਹਿਤ ਫਤਿਹ ਗਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।